कि 12 ਤੋਂ 18 ਮਹੀਨੇ ਲੱਗਣੇ ਆ ਇੱਕ ਵੈਕਸੀਨ COVID-19 ਵਾਸਤੇ ਕ੍ਰੀਏਟ ਕਰਨ ਨੂੰ ਪਰ ਲੱਗਦਾ ਕਿ ਚਾਈਨਾ ਥੋੜ੍ਹੀ ਜਿਹੀ ਤਰੱਕੀ ਕਰ ਗਿਆ ਇਸ ਗੱਲ ਦੇ ਵਿੱਚ ਫੇਜ਼ 2 ਤੇ ਪਹੁੰਚਣਾ ਕੋਈ ਵੀ ਵੈਕਸੀਨ ਲਈ ਇਟ ਵਾਸ ਇੰਪੋਸੀਬਲ ਸੋ ਚਾਈਨਾ ਦੇ ਵਿੱਚ ਪਹਿਲੀ ਵਾਰੀ ਫੇਜ਼ 2 ਤੱਕ ਇਹ ਪਹੁੰਚਿਆ ਬੇਸਿਕਲੀ ਇੱਕ ਵੈਕਸੀਨ ਉੱਥੇ ਕ੍ਰੀਏਟ ਕੀਤੀ ਗਈ ਹੈ ਚਾਈਨੀਜ਼ ਰਿਸਰਚ ਟੀਮ ਵੱਲੋਂ ਤੇ ਉਹਦੇ ਵਿੱਚ ਹਿਊਮਨ ਟ੍ਰਾਇਲਸ ਸ਼ੁਰੂ ਹੋ ਗਿਆ ਸੋ ਨੈਸ਼ਨਲ ਰਿਸਰਚ ਕਾਉਂਸਲ ਆਫ ਕੈਨੇਡਾ ਨੇ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਕਿ ਜਿਹੜੇ ਇੱਥੇ ਰਿਸਰਚਰ ਆ ਉਹ ਕਹਿੰਦੇ ਵੈਕਸੀਨ ਨੂੰ ਇੱਥੇ ਮੰਗਾਓ ਸੋ ਕਹਿੰਦੇ ਵੀ ਅਸੀਂ ਵੀ ਇਹ ਵੈਕਸੀਨ ਦਾ ਨਾਮ ਹੈਗਾ AD5NCOV ਬੀਜਿੰਗ ਦੇ ਵਿੱਚ ਇਹ ਡਿਵੈਲਪ ਕੀਤੀ ਗਈ ਆ ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਅਪਰੂਵਡ ਫॉर ਫੇਜ਼ 1 ਮਤਲਬ ਕਿ ਹਿਊਮਨਸ ਦੇ ਵਿੱਚ ਇਹ ਜਿਹੜੀ ਟ੍ਰਾਇਲ ਸ਼ੁਰੂ ਹੋ ਗਈ ਆ ਬਿਲਕੁਲ ਵਰਲਡ ਹੈਲਥ ਆਰਗੇਨਾਈਜੇਸ਼ਨ ਕਹਿੰਦੇ ਆ ਵੀ ਕਾਫੀ ਜਿਹੜੇ ਇਹਨਾਂ ਨੂੰ ਫੰਡਸ ਮਿਲੇ ਹੈਗੇ ਆ 7.4 ਬਿਲੀਅਨ ਯੂਰੋਜ਼ ਜੋ ਕਿ ਇਹਨਾਂ ਨੂੰ 40 ਕੰਟਰੀਆਂ ਦੇ ਵਿੱਚ ਉਹਨਾਂ ਦੇ ਲੀਡਰਸ ਵੱਲੋਂ ਡੋਨੇਟ ਕੀਤੇ ਗਏ ਆ ਆਰਗੇਨਾਈਜੇਸ਼ਨਸ ਵੱਲੋਂ ਡੋਨੇਟ ਕੀਤੇ ਗਏ ਆ ਬੈਂਕਸ ਵੱਲੋਂ ਡੋਨੇਟ ਕੀਤੇ ਗਏ ਆ ਵੀ ਆ ਚੱਕੋ ਪੈਸਾ ਇਹਦੀ ਰਿਸਰਚ ਕਰੋ ਟ੍ਰੀਟਮੈਂਟ ਕਰੋ ਤੇ ਇਹਨੂੰ ਪਲੀਜ਼ ਅਪਲਾਈ ਕਰੋ ਕਿਤੇ ਨਾ ਕਿਤੇ ਕੈਨੇਡਾ ਹੁਣ ਇਹੋ ਜਿਹਾ ਕੰਟਰੀ ਹੈ ਜਿੱਥੇ ਸਾਰਾ ਦਾ ਸਾਰਾ ਜੇ ਇੰਡੀਆ ਕਹਿ ਦਿਓ ਨਾ ਉਹਦੇ 'ਚੋਂ ਵੱਡੀ ਤਾਦਾਦ ਦੇ ਵਿੱਚ ਲੋਕ ਇੱਥੇ ਆਉਣਾ ਚਾਹੁੰਦੇ ਨੇ ਦੇ ਲਵ ਕੈਨੇਡਾ ਔਰ ਸਪੈਸ਼ਲੀ ਜਦੋਂ ਅਸੀਂ ਜਿਸ ਹਿਸਾਬ ਨਾਲ ਪੈਂਡੈਮਿਕ ਨੂੰ ਹੈਂਡਲ ਕੀਤਾ ਤੇ ਜਿਸ ਹਿਸਾਬ ਦੇ ਨਾਲ ਉਸ ਤੋਂ ਬਾਅਦ ਇੱਥੇ ਦੇ ਜਿੰਨੇ ਸਟੂਡੈਂਟਸ ਨੇ ਬਜ਼ੁਰਗ ਨੇ ਜਿੰਨੇ ਬਿਜ਼ਨੈਸਿਸ ਨੇ ਉਹਨਾਂ ਦੀ ਹੈਲਪ ਕੀਤੀ ਗਈ ਹੈ ਪੀਪਲ ਵਾਂਟਸ ਕਿ ਹੁਣ ਕਦੋਂ ਹੀ ਵੀਜ਼ੇ ਓਪਨ ਹੋਣਗੇ ਤੇ ਕਦੋਂ ਅਸੀਂ ਕੈਨੇਡਾ ਜਿਹੜੇ ਆ ਉਹ ਪੱਕੇ ਜਾ ਸਕਦੇ ਹਾਂ ਹੁਣ ਜਦੋਂ ਮਾਰਚ ਦੇ ਵਿੱਚ ਜਦੋਂ ਆਪਣੀਆਂ ਰਿਸਟ੍ਰਿਕਸ਼ਨਸ ਸ਼ੁਰੂ ਹੋਈਆਂ ਉਸ ਤੋਂ 2 ਵੀਕ ਪਹਿਲਾਂ ਜਿਹੜੇ ਆ ਇਮੀਗ੍ਰੇਸ਼ਨ ਸਾਰੀ ਜਿਹੜੀ ਆ ਉਹ ਵਰਕ ਕਰ ਰਹੀ ਸੀ ਲੇਕਿਨ ਉਦੋਂ ਜਿਹੜੇ ਵੀਜ਼ੇ ਦੀ ਆਪਾਂ ਜੇ ਦੇਖਦੇ ਆ ਨਾ ਤਾਂ ਮਾਰਚ ਦੇ ਵਿੱਚ ਮਾਰਚ 2020 ਦੇ ਵਿੱਚ 26% ਵੀਜ਼ਾ ਜਿਹੜੇ PR ਵੀਜ਼ਾ ਇਸ਼ੂ ਹੋਣੇ ਸੀ ਉਹ 26% ਘੱਟ ਹੋਏ ਸੀ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਜਿਹੜੀ ਸਾਡੀ ਕੈਨੇਡਾ ਹੈਗੀ ਆ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ ਇਹ ਦੱਸਿਆ ਵੀ ਕੰਟਰੋਲ ਕੀਤੀ ਹੈ ਰਿਫਿਊਜੀਜ਼ ਦੇ ਉੱਪਰ ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਵੇਖਦੇ ਵੀਅਰਸ ਦਾ ਸਵਾਗਤ ਹੈ ਅੱਜ ਦੇ ਮਾਰਨਿੰਗ ਪ੍ਰੋਗਰਾਮ ਦੇ ਵਿੱਚ ਮੈਂ ਹਾਂ ਤੁਹਾਡੀ ਆਪਣੀ ਸੁਖੀ ਇਟਸ May 13 ਇਨ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਸਰੀ ਵਿਖੇ ਸਾਡਾ ਜਿਹੜਾ ਪ੍ਰੋਗਰਾਮ ਅੱਜ ਤੁਹਾਡੇ ਵਾਸਤੇ ਲਾਈਵ ਲੈ ਕੇ ਆ ਰਹੇ ਹਾਂ ਤਾਜ਼ੀਆਂ ਹੈਡਲਾਈਨਸ ਨਵੀਆਂ ਤਾਜ਼ੀਆਂ ਐਂਡ ਡੈਫੀਨਿਟਲੀ ਸਮ ਗ੍ਰੇਟ ਨਿਊਜ਼ ਇਨ ਦੀ ਕੋਵਿਡ ਰਿਲੇਟਡ ਜਿਹੜੇ ਹੈਗੇ ਆ ਹਮੇਸ਼ਾ ਅਸੀਂ ਤੁਹਾਨੂੰ ਅਪਡੇਟ ਕਰਦੇ ਰਹਿੰਦੇ ਹਾਂ ਸੋ ਉਹਦੇ ਬਾਰੇ ਵੀ ਆਪਾਂ ਥੋੜ੍ਹੇ ਜਿਹੇ ਅੱਗੇ ਜਾ ਕੇ ਗੱਲਬਾਤ ਕਰਦੇ ਇੱਕ ਖਾਸ ਨਿਊਜ਼ ਵੀ ਸ਼ਾਇਦ ਇੱਕ ਵੈਕਸੀਨ ਜੋ ਕਿ ਟੈਸਟ ਹੋ ਰਹੀ ਹੈ ਚਾਈਨਾ ਦੇ ਵਿੱਚ ਉਹ ਕੈਨੇਡਾ ਆ ਰਹੀ ਆ ਸੋ ਉਹਦੇ ਬਾਰੇ ਵੀ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਮੈਂ ਆਪਣੀ ਬਿਊਟੀਫੁਲ ਕੋ-ਹੋਸਟ ਨੂੰ ਇੰਟਰੋਡਿਊਸ ਕਰਨਾ ਚਾਹੂੰਗੀ ਸੋ ਆਓ ਆਪਾਂ ਰਲ ਕੇ ਇਹਨਾਂ ਦਾ ਸਵਾਗਤ ਕਰੀਏ ਅੰਮ੍ਰਿਤ ਭੱਟੀ ਦਾ ਅੰਮ੍ਰਿਤ ਜੀ ਗੁੱਡ ਮਾਰਨਿੰਗ ਸੁਖੀ ਤੇ ਚੈਨਲ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਅੰਮ੍ਰਿਤ ਮਾਰਨਿੰਗ ਸ਼ੋਅ ਕਰਦੇ ਨੂੰ ਆਪਾਂ ਨੂੰ ਕਾਫੀ ਟਾਈਮ ਹੋ ਗਿਆ ਆ ਸਾਡੇ ਜਿਹੜੇ ਆਡੀਅנס ਆ ਬਹੁਤ ਵਧੀਆ ਸਾਨੂੰ ਰਿਸਪੌਂਸ ਮਿਲ ਰਿਹਾ ਆ ਸੋ ਥੈਂਕ ਯੂ ਸੋ ਮਚ ਟੂ ਐਵਰੀਵਨ ਦੈਟ ਟਿਊਨਸ ਇਨ ਐਂਡ ਵਾਚਸ ਅਸ ਈਚ ਮਾਰਨਿੰਗ ਲਾਈਵ ਸ਼ੋਅ ਜਿਹੜਾ ਆਪਣੇ ਸਰੀ ਦੇ ਵਿੱਚ ਹੁੰਦਾ ਆ ਫੇਸਬੁੱਕ ਤੇ ਵੀ ਲਾਈਵ ਦੇਖਣ ਨੂੰ ਮਿਲਦਾ ਤੇ ਜਿਹੜਾ ਸਾਡਾ ਸ਼ੋਅ ਆ ਤੇ ਖਾਸ ਕਰਕੇ ਜਿਹੜੀਆਂ ਹੈਡਲਾਈਨਸ ਆ ਉਹ YouTube ਤੇ ਵੀ ਜਾਂਦੀਆਂ ਆ ਬਿਲਕੁਲ ਸਹੀ YouTube ਤੇ ਜਾਂਦੀਆਂ ਤੇ ਜਿੱਥੇ ਆਬਵੀਅਸਲੀ ਵਰਲਡ ਵਾਈਡ ਸਾਰੇ ਉਹਨਾਂ ਨੂੰ ਵੇਖਦੇ ਆ ਬਟ ਇੱਕ ਵੱਡੀ ਚੀਜ਼ ਹੈ ਕਿ ਜਿਹੜਾ ਸਾਡਾ ਸ਼ੋਅ ਆ ਜਿਹੜੇ ਚੈਨਲ ਪੰਜਾਬੀ ਆ ਇਟਸ ਬੇਸਡ ਆਊਟ ਆਫ ਕੈਨੇਡਾ ਬਿਲਕੁਲ ਜੀ ਅਸੀਂ ਇਹ ਕੈਨੇਡੀਅਨ ਆਊਟਲੈਟ ਹੈਗਾ ਮੀਡੀਆ ਆਊਟਲੈਟ ਹੈ ਕੈਨੇਡਾ ਵਿੱਚ ਅਸੀਂ ਸਾਰੇ ਇਹ ਪ੍ਰੋਗਰਾਮਸ ਮੋਸਟਲੀ ਕਰਦੇ ਹਾਂ ਔਰ ਸਾਡਾ ਇਹ ਪ੍ਰੋਗਰਾਮ ਜਿਹੜਾ ਹੈਗਾ ਕੈਨੇਡੀਅਨ ਬੇਸਡ ਪ੍ਰੋਗਰਾਮ ਹੈ ਜੀ ਬਿਲਕੁਲ ਸੋ ਸਭ ਤੋਂ ਵੱਡੀ ਚੀਜ਼ ਹੈ ਜਦੋਂ ਆਪਾਂ ਕੈਨੇਡੀਅਨ ਬੇਸਡ ਕਹਿੰਦੇ ਆ ਕਿ ਜਿਹੜੀ ਸਾਡੀ ਕੰਟੈਂਟ ਹੈ ਉਹ ਕੈਨੇਡੀਅਨ ਆ ਅਸੀਂ ਜ਼ਰੂਰ ਜਿਹੜੇ ਸਾਡੀ ਕੰਟੈਂਟ ਅਸੀਂ ਜਿਹੜੇ ਪੰਜਾਬੀਆਂ ਦੇ ਲਾਈਫ ਸਟਾਈਲ ਹੈ ਸਾਡੀ ਕਮਿਊਨਿਟੀ ਨੂੰ ਜਿਹੜੇ ਢੁੱਕਦੇ ਹੋਣ ਇਸ਼ੂਜ਼ ਉਹ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ ਪਰ ਜਿਹੜੇ ਸਾਡੇ ਕਈ ਪ੍ਰੋਗਰਾਮਸ ਆ ਇਹ ਇੰਗਲਿਸ਼ ਦੇ ਵਿੱਚ ਵੀ ਹੁੰਦੇ ਆ ਸੋ ਜਿਹੜਾ ਮਾਰਨਿੰਗ ਸ਼ੋਅ ਆ ਸਾਡੇ ਨਾ ਕਿ ਸਿਰਫ ਪੰਜਾਬੀ ਬੋਲਣ ਵਾਲੀ ਜਿਹੜੀ ਆਡੀਅנס ਆ ਪਰ ਜਿਹੜੇ ਇੰਗਲਿਸ਼ ਵੀ ਸਾਡੇ ਨੌਜਵਾਨ ਬੋਲਦੇ ਆ ਉਹਨਾਂ ਦੇ ਵਾਸਤੇ ਸੋ ਇਹ ਜਿਹੜਾ ਪ੍ਰੋਗਰਾਮ ਹੈ ਮਿਕਸ ਹੁੰਦਾ ਹਮੇਸ਼ਾ ਇੰਗਲਿਸ਼ ਐਂਡ ਪੰਜਾਬੀ ਸੋ ਪਹਿਲਾਂ ਹੀ ਹੱਥ ਜੋੜ ਕੇ ਮਾਫੀ ਜਿਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਤੇ ਪਰ ਸਾਨੂੰ ਜਿਹੜੇ ਸਾਡੇ ਸਾਰੇ ਵਿਊਅਰਸ ਆ ਉਹਨਾਂ ਨੂੰ ਧਿਆਨ ਰੱਖਦੇ ਹੋਏ ਅਸੀਂ ਇਹ ਜਿਹੜਾ ਸ਼ੋਅ ਮਿਕਸਡ ਹੁੰਦਾ ਆ ਸੋ ਇੰਗਲਿਸ਼ ਵੀ ਵਿੱਚ ਹੁੰਦੀ ਆ ਪੰਜਾਬੀ ਵੀ ਵਿੱਚ ਹੁੰਦੀ ਆ ਤੇ ਜਦੋਂ YouTube ਤੇ ਤੁਸੀਂ ਜਾਂਦੇ ਆ ਜ਼ਰੂਰ ਚੈਨਲ ਪੰਜਾਬੀ ਆ ਪਰ ਇਹਦੇ ਵਿੱਚ ਇੰਗਲਿਸ਼ ਵੀ ਆ ਸਾਡੇ ਹੋਰ ਵੀ ਸ਼ੋਅਜ਼ ਆ ਖਲਰਮੀ ਦੇਸੀ ਸਾਡੀ ਆਪਣੀ ਮਨਦੀਪ ਪਟੋਲਾ ਜੋ ਕਿ ਇੱਥੇ ਦੇ ਜੰਮ ਵਾਲਿਆ ਉਹ ਵੀ ਆ ਜਿਹੜੇ ਸ਼ੋਅਜ਼ ਆ ਖਾਸ ਕਰਕੇ ਜਿਹੜੇ ਸਾਡੇ ਕਈ ਗੈਸਟ ਆ ਉਹਨਾਂ ਨੂੰ ਪੰਜਾਬੀ ਨਹੀਂ ਵਧੀਆ ਨਹੀਂ ਆਉਂਦੀ ਸੋ ਦੇ ਫੀਲ ਮੋਰ ਕੰਫਰਟੇਬਲ ਟਾਕਿੰਗ ਇਨ ਇੰਗਲਿਸ਼ ਬਿਲਕੁਲ ਸੁਖੀ ਬਟ ਬਹੁਤ ਵਧੀਆ ਗੱਲ ਹੈ ਇਹ ਐਪਰੀਸ਼ੀਏਟ ਕਰਨ ਵਾਲੀ ਗੱਲ ਹੈ ਗੱਲ ਸਿੰਪਲ ਇੰਨੀ ਹੁੰਦੀ ਹੈ ਵੀ ਤੁਸੀਂ ਗਲਾਸ ਭਰਿਆ ਵੇਖਣਾ ਹੈ ਕਿ ਗਲਾਸ ਖਾਲੀ ਵੇਖਣਾ ਬਿਲਕੁਲ ਜੀ ਠੀਕ ਹੈ ਜਿਹੜੇ ਹੁਣ ਇੱਥੋਂ ਦੇ ਕੈਨੇਡੀਅਨ ਜੰਮਪਲ ਕੈਨੇਡਾ ਵਿੱਚ ਜਿਹੜੇ ਬੱਚੇ ਜੰਮੇ ਨੇ ਉਸ ਤੋਂ ਬਾਅਦ ਇੱਥੇ ਰੇਜ਼ ਹੋਏ ਨੇ ਇੱਥੇ ਵੱਡੇ ਹੋਏ ਨੇ ਇਹ ਐਪਰੀਸ਼ੀਏਟ ਕਰਨ ਵਾਲੀ ਗੱਲ ਹੈ ਵੀ ਉਹਨਾਂ ਨੂੰ ਪੰਜਾਬੀ ਸਮਝ ਆਉਂਦੀ ਹੈ ਜੀ ਉਹ ਪੰਜਾਬੀ ਬੋਲ ਸਕਦੇ ਨੇ ਉਹਨਾਂ ਦਾ ਐਕਸੈਂਟ ਕੀ ਕਹਿੰਦਾ ਹੈ
ਕਿ ਉਹ ਬਿਲਕੁਲ ਸਹੀ ਵਰਡਸ ਦੀ ਉਹਨਾਂ ਦੀ ਪਕੜ ਹੈ ਕਿ ਨਹੀਂ ਹੈ, ਇਹ ਤਾਂ ਸਾਨੂੰ ਸੋਚਣਾ ਚਾਹੀਦਾ। ਜਿਹੜੇ ਲੋਕ ਅਸੀਂ ਇੰਡੀਆ ਤੋਂ ਆਏ ਹਾਂ, ਜੇ ਸਾਨੂੰ ਕਹਿ ਦਿਓ ਕਿ ਅਸੀਂ ਉਸ ਹਿਸਾਬ ਦੀ ਇੰਗਲਿਸ਼ ਬੋਲੀਏ ਜਿਹੜੇ ਇੱਥੋਂ ਦੇ ਕੈਨੇਡੀਅਨ ਜਾਂ ਅਮਰੀਕਨ ਬੋਲਦੇ ਨੇ, ਉਹਦੇ ਵਿੱਚ ਕੋਈ ਨਾ ਕੋਈ ਫਿਰ ਵੀ ਸਾਡਾ ਮਾਈਂਡ ਨਾ ਡਬਲ ਕੰਮ ਕਰਦਾ। ਪਹਿਲਾਂ ਉਹਨੂੰ ਪੰਜਾਬੀ 'ਚ ਲੈਂਦਾ, ਫਿਰ ਉਹਨੂੰ ਇੰਗਲਿਸ਼ ਟਰਾਂਸਲੇਟ ਕਰਦਾ, ਫਿਰ ਸਾਨੂੰ ਉਹਦੀ ਸਮਝ ਆਉਂਦੀ ਹੈ, ਫਿਰ ਅਸੀਂ ਬੋਲਦੇ ਹਾਂ। ਜਦੋਂ ਸੁਣਦੇ ਹਾਂ ਫਿਰ ਅਸੀਂ 2-3 ਵਾਰੀ ਟਰਾਂਸਲੇਟ ਕਰਕੇ ਕਿਤੇ ਅੱਗੇ ਬੋਲਦੇ ਹਾਂ। ਤੇ ਸਾਡੀ ਵੀ ਇਹੀ ਪ੍ਰੋਬਲਮ ਹੈ ਅਮਰ, ਜਦੋਂ ਅਸੀਂ ਪੰਜਾਬੀ ਬੋਲਦੇ ਕਿ ਸਾਡੀ ਜਿਹੜੀ ਮਦਰ ਟੰਗ ਹੈ ਉਹ ਹੈਗੀ ਅੰਗਰੇਜ਼ੀ। ਤੁਸੀਂ ਜਦੋਂ ਕੋਈ ਪੰਜਾਬੀ 'ਚ ਚੀਜ਼ ਲੈਂਦੇ ਹੋ, ਪਹਿਲਾਂ ਉਹਨੂੰ ਟਰਾਂਸਲੇਟ ਕਰਦੇ ਹੋ ਜਲਦੀ ਇੰਗਲਿਸ਼ ਦੇ ਵਿੱਚ, ਫਿਰ ਇੰਗਲਿਸ਼ ਤੋਂ ਸਮਝਦੇ ਹੋ, ਸਮਝ ਕੇ ਫਿਰ ਪੰਜਾਬੀ 'ਚ ਟਰਾਂਸਲੇਟ ਕਰਦੇ ਹੋ, ਫਿਰ ਉਸ ਤੋਂ ਬਾਅਦ ਅੱਗੇ ਬੋਲਦੇ ਹੋ। ਤੁਸੀਂ 3 ਗੁਣਾ ਜ਼ਿਆਦਾ ਕੰਮ ਕਰਦੇ ਹੋ। ਐਂਡ ਜਿਸ ਹਿਸਾਬ ਨਾਲ ਸਾਡੇ ਕੈਨੇਡੀਅਨ, ਸਾਡੇ ਅਮਰੀਕਨਸ ਪੰਜਾਬੀ ਬੋਲ ਰਹੇ ਨੇ, ਬਹੁਤ ਜ਼ਿਆਦਾ ਐਪਰੀਸ਼ੀਏਟ ਕਰਨ ਵਾਲੀ ਗੱਲ ਹੈ ਉਸ ਕੰਟਰੀ ਦੇ ਵਿੱਚ, ਇੰਡੀਆ ਦੇ ਵਿੱਚ, ਜਿਹੜੇ ਲੋਕ ਅੱਜ ਇਸ ਗੱਲ ਨੂੰ ਕਹਿੰਦੇ ਨੇ ਜੀ ਹਮਾਰੇ ਬੱਚੇ ਤੋਂ ਹਿੰਦੀ में बात करते हैं, पंजाबी नहीं बोलते क्योंकि पंजाबी सानू बोलना पसंद नहीं हैगा। सो हमेशा ਉਹਦੇ ਵਿੱਚ ਪੋਜ਼ਿਟਿਵ ਚੀਜ਼ ਨੂੰ ਆਪਾਂ ਵੇਖੀਏ ਨਾ ਕਿ ਹਾਂ ਜੀ ਇੱਥੋਂ ਦੇ ਬੱਚੇ ਪੰਜਾਬੀ ਬੋਲ ਰਹੇ ਨੇ, ਗ੍ਰੇਟ, ਵੈਰੀ ਗੁੱਡ ਜੌਬ। ਯੈਸ, ਐਂਡ ਸਭ ਤੋਂ ਵਧੀਆ ਚੀਜ਼ ਮੈਨੂੰ ਇਹ ਲੱਗਦੀ ਹੈ ਕਿ ਜਿਹੜੀ ਤੁਹਾਡੀ ਪੰਜਾਬੀ ਇੰਨੀ ਵਧੀਆ ਹੈ ਤੇ ਆਪਣੀ ਜਿਹੜੀ ਕੈਮਿਸਟਰੀ ਹੈ ਉਹ ਠੀਕ ਹੈ। ਸੋ ਆਈ ਲਵ ਇਟ ਐਂਡ ਆਈ ਲਵ ਟਾਕਿੰਗ ਟੂ ਯੂ ਇਨ ਇੰਗਲਿਸ਼ ਐਂਡ ਪੰਜਾਬੀ। ਸੋ ਇਦਾਂ ਹੀ ਸਾਡਾ ਸ਼ੋਅ ਹੋਗਾ ਦੋਨਾਂ ਦੇ ਵਿੱਚ ਮਿਕਸਡ। ਐਗਜ਼ੈਕਟਲੀ। ਸੋ ਕਰੀ ਅੱਜ ਦਾ ਸ਼ੋਅ ਸ਼ੁਰੂਆਤ। ਸੋ ਥੋੜੀ ਜਿਹੀ ਖੁਸ਼ਖਬਰੀ ਆ, ਕੋਵਿਡ ਨੂੰ ਲੈ ਕੇ ਜਿਹੜੀ ਆ ਇਮੀਗ੍ਰੇਸ਼ਨ ਕਾਫੀ ਸਲੋ ਡਾਊਨ ਹੋ ਗਈ ਹੈ ਦੁਨੀਆ ਦੇ ਵਿੱਚ, ਪਰ ਕੈਨੇਡਾ ਹੈਜ਼ ਸਮ ਗੁੱਡ ਨਿਊਜ਼ ਵਨ ਇਟ ਕਮਸ ਟੂ ਵੀਜ਼ਾਸ। ਸੋ ਜਿਹੜੇ ਵੀਜ਼ੇ ਆ ਉਹਨਾਂ ਦੇ ਬਾਰੇ ਕੀ ਲੈ ਕੇ ਸਰਕਾਰਾਂ ਕਹਿ ਰਹੀਆਂ? ਸੋ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ, ਕੈਨੇਡਾ ਹੁਣ ਇਹੋ ਜਿਹਾ ਕੰਟਰੀ ਹੈ ਜਿੱਥੇ ਸਾਰਾ ਦਾ ਸਾਰਾ ਜੇ ਇੰਡੀਆ ਕਹਿ ਦਿਓ ਨਾ, ਉਹਦੇ 'ਚੋਂ ਵੱਡੀ ਤਾਦਾਦ ਦੇ ਵਿੱਚ ਲੋਕ ਇੱਥੇ ਆਉਣਾ ਚਾਹੁੰਦੇ ਨੇ। ਦੇ ਲਵ ਕੈਨੇਡਾ। ਔਰ ਸਪੈਸ਼ਲੀ ਜਦੋਂ ਅਸੀਂ ਜਿਸ ਹਿਸਾਬ ਨਾਲ ਪੈਂਡੈਮਿਕ ਨੂੰ ਹੈਂਡਲ ਕੀਤਾ ਤੇ ਜਿਸ ਹਿਸਾਬ ਦੇ ਨਾਲ ਉਸ ਤੋਂ ਬਾਅਦ ਇੱਥੇ ਦੇ ਜਿੰਨੇ ਸਟੂਡੈਂਟਸ ਨੇ, ਬਜ਼ੁਰਗ ਨੇ, ਜਿੰਨੇ ਬਿਜ਼ਨੈਸਿਸ ਨੇ, ਉਹਨਾਂ ਦੀ ਹੈਲਪ ਕੀਤੀ ਗਈ ਹੈ। ਪੀਪਲ ਵਾਂਟਸ ਕਿ ਹੁਣ ਕਦੋਂ ਇਹ ਵੀਜ਼ੇ ਓਪਨ ਹੋਣਗੇ ਤੇ ਕਦੋਂ ਅਸੀਂ ਕੈਨੇਡਾ ਜਿਹੜੇ ਆ ਉਹ ਪੱਕੇ ਜਾ ਸਕਦੇ ਹਾਂ। ਹੁਣ ਜਦੋਂ ਮਾਰਚ ਦੇ ਵਿੱਚ ਜਦੋਂ ਆਪਣੀਆਂ ਰਿਸਟ੍ਰਿਕਸ਼ਨਸ ਸ਼ੁਰੂ ਹੋਈਆਂ, ਉਸ ਤੋਂ 2 ਵੀਕ ਪਹਿਲਾਂ ਜਿਹੜੇ ਆ ਇਮੀਗ੍ਰੇਸ਼ਨ ਸਾਰੀ ਜਿਹੜੀ ਆ ਉਹ ਵਰਕ ਕਰ ਰਹੀ ਸੀਗੀ, ਲੇਕਿਨ ਉਦੋਂ ਜਿਹੜੇ ਵੀਜ਼ੇ ਦੀ ਆਪਾਂ ਜੇ ਦੇਖਦੇ ਆ ਨਾ, ਤਾਂ ਮਾਰਚ ਦੇ ਵਿੱਚ, ਮਾਰਚ 2020 ਦੇ ਵਿੱਚ 26% ਵੀਜ਼ਾ ਜਿਹੜੇ PR ਵੀਜ਼ਾ ਇਸ਼ੂ ਹੋਣੇ ਸੀ ਉਹ 26% ਘੱਟ ਹੋਏ ਸੀ। 26% ਘੱਟ ਹੋਏ ਸੀ ਪੈਂਡੈਮਿਕ ਦੇ ਕਰਕੇ, ਕਿਉਂਕਿ ਪਤਾ ਨਹੀਂ ਸੀ ਵੀ ਅੱਗੇ ਹੋਣਾ ਕੀ ਹੈ। ਔਰ ਜੇ ਆਪਾਂ ਕੰਪੇਅਰ ਕਰਦੇ ਹਾਂ ਪਿਛਲੇ ਮਹੀਨਿਆਂ ਤੋਂ, ਲੇਕਿਨ ਜੇ ਅਸੀਂ ਸੇਮ ਟਾਈਮ ਤੇ ਮਾਰਚ ਵਿੱਚ 2019 ਦੇ ਵਿੱਚ ਵੇਖਦੇ ਹਾਂ, 2019 ਦੇ ਵਿੱਚ 2018 ਦੇ ਨਾਲੋਂ 33% ਵੀਜ਼ੇ ਵੱਧ ਜਿਹੜੇ ਸੀ ਉਹ ਇਸ਼ੂ ਹੋਏ ਸੀ। ਸੋ ਹੁਣ ਜਿਹੜੀ ਥੋੜੇ ਜਿਹੇ ਸਮੇਂ ਦੇ ਵਿੱਚ ਮੰਨਿਆ ਕਿ ਮਾੜਾ ਮੋਟਾ ਹੋਲਡ ਹੈਗਾ, ਮਾੜਾ ਮੋਟਾ ਸਾਡੀਆਂ ਸਾਰੀਆਂ ਜਹਾਜ਼ ਵੀ ਬੰਦ ਨੇ, ਇੱਧਰ ਉੱਧਰ ਜਾ ਨਹੀਂ ਸਕਦੇ, ਲੇਕਿਨ ਫਿਰ ਵੀ ਜੇ ਅਸੀਂ ਗੱਲ ਕਰਦੇ ਹਾਂ, ਸਿੰਪਲੀ ਮੈਂ ਤੁਹਾਨੂੰ 2-3 ਚੀਜ਼ਾਂ ਦੱਸਦੀ ਹਾਂ। ਸਭ ਤੋਂ ਪਹਿਲੇ ਤਾਂ IRCC ਦੀ ਇਮੀਗ੍ਰੇਸ਼ਨ, ਰਿਫਿਊਜੀ ਐਂਡ ਸਿਟੀਜ਼ਨਸ਼ਿਪ ਜਿਹੜੀ ਸਾਡੀ ਕੈਨੇਡਾ ਹੈਗੀ ਆ, ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ ਇਹ ਦੱਸਿਆ ਵੀ ਕੰਟਰੋਲ ਕਿੱਥੇ ਹੈ, ਰਿਫਿਊਜੀਜ਼ ਦੇ ਉੱਪਰ। ਰਿਫਿਊਜੀ ਦੇ ਵਿੱਚ ਰਿਫਿਊਜੀ ਕਲਾਸ ਜਿਹੜੀ ਆ ਸਭ ਤੋਂ ਜ਼ਿਆਦਾ ਹਿੱਟ ਹੋਈ ਹੈ ਪੈਂਡੈਮਿਕ ਦੇ ਕਰਕੇ। ਇਸ ਕਰਕੇ ਨਹੀਂ ਵੀ ਅਸੀਂ ਰਿਫਿਊਜੀਜ਼ ਨੂੰ ਬੁਲਾਉਣਾ ਨਹੀਂ ਚਾਹੁੰਦੇ, ਇਸ ਕਰਕੇ ਕਿ UNHCR, ਯੂਨਾਈਟਿਡ ਨੇਸ਼ਨ ਹਾਈ ਕਮਿਸ਼ਨ ਫॉर ਰਿਫਿਊਜੀਜ਼ ਹੈ ਜਿਹੜੇ, ਉਹਨਾਂ ਨੇ ਪੈਂਡੈਮਿਕ ਕਰਕੇ ਰੀਸੈਟਲਮੈਂਟ ਬੰਦ ਕੀਤੀ ਹੈ। ਉਹ ਕਹਿੰਦੇ ਵੀ ਜੇ ਸਾਰੀ ਦੁਨੀਆ ਰਿਫਿਊਜੀ ਦੇ ਅਪਲਾਈ ਕਰਦੀ ਹੈ, ਇੱਧਰ ਉੱਧਰ ਤੁਰੀ ਫਿਰਦੀ ਰਹੇਗੀ, ਤਾਂ ਉਸ ਤਰ੍ਹਾਂ ਤਾਂ ਕਰੋਨਾ ਵਾਇਰਸ ਵੱਧ ਜਾਣਾ। ਸੋ ਇਸ ਕਰਕੇ ਆਈ ਨਹੀਂ ਹੈ ਵੀ ਕੈਨੇਡੀਅਨ ਸਰਕਾਰ ਨੇ ਇਕੱਲੀ ਨੇ ਕੀਤੀ, ਇਹ ਸਾਰੀ ਦੀ ਸਾਰੀ ਦੁਨੀਆ ਦੇ ਵਿੱਚ। ਬਟ ਜਿਹੜੀ ਐਕਸਪ੍ਰੈਸ ਐਂਟਰੀ ਹੈ, ਜਿਹੜੀ ITA ਹੁੰਦੀ ਹੈ ਇਨਵੀਟੇਸ਼ਨ ਟੂ ਅਪਲਾਈ। ITA ਦੀ ਐਪਲੀਕੇਸ਼ਨਸ ਜਿਹੜੀਆਂ ਨੇ ਉਹ ਮਾਰਚ ਦੇ ਵਿੱਚ ਜਾਂ ਇਸ ਸਾਲ ਦੇ ਵਿੱਚ 11,700 ਹੋਈਆਂ ਨੇ, ਜਿਹੜੀਆਂ ਕਿ ਪਿਛਲੇ ਸਾਲ ਇਸੇ ਟਾਈਮ ਦੇ ਵਿੱਚ ਤਕਰੀਬਨ 11,000 ਤੇ 8,000 ਪਿਛਲੇ ਸਾਲ 'ਚ ਹੋਈ, 11,700 ITA ਇਸ ਸਾਲ ਦੇ ਵਿੱਚ ਇਸ਼ੂ ਕੀਤੀ ਗਈ ਹੈ। ਔਰ ਇਸ ਤੋਂ ਬਾਅਦ ਹੁਣ ਜਦੋਂ ਥੋੜਾ ਜਿਹਾ ਸਮਾਂ ਤਾਂ ਹੈ ਵੀ ਜਿਹੜੇ ਤਾਂ ਸਾਡੇ ਹੈਗੇ ਫੈਮਿਲੀ ਕਲਾਸ ਦੇ ਵਿੱਚ ਅੱਜ ਵੀ ਜਿਹੜੀਆਂ ਨੇ ਪ੍ਰੋਸੈਸਿੰਗ ਜਿਹੜੀ ਹੈ ਜਾਰੀ ਹੈ। ਸਭ ਤੋਂ ਘੱਟ ਅਫੈਕਟ ਹੋਈ ਹੈ ਫੈਮਿਲੀ ਕਲਾਸ। ਉਹਦੇ ਵਿੱਚ ਹੁਣ ਸਿਟੀਜ਼ਨਸ਼ਿਪ ਜਿਹੜੇ ਸਾਡੇ ਸਿਟੀਜ਼ਨ ਨੇ ਜਾਂ ਜਿਹੜੇ ਸਾਡੇ PR ਨੇ, ਉਹਨਾਂ ਦੀ ਫੈਮਿਲੀ essential travel ਦੇ ਵਿੱਚ ਵੀ ਇੱਥੇ ਆ ਸਕਦੀ ਹੈ, because that's an immediate family, ਹੈ ਨਾ, ਕਿ ਫੈਮਿਲੀਜ਼ ਨੂੰ ਰੀਯੂਨਾਈਟ ਕਰਨਾ ਤਾਂ ਬਿਲਕੁਲ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਜੇ ਅਸੀਂ ਗੱਲ ਕਰਦੇ ਹਾਂ ਐਕਸਪ੍ਰੈਸ ਐਂਟਰੀ ਦੇ ਡਰਾ ਹਲੇ ਵੀ ਚੱਲ ਰਹੇ ਨੇ। ਔਰ ਇਸ ਤੋਂ ਬਾਅਦ ਇਮੀਗ੍ਰੇਸ਼ਨ ਨੇ ਅਨਾਉਂਸਮੈਂਟ ਇਹ ਕੀਤੀ ਹੈ, ਉਹ ਕਹਿੰਦੇ ਵੀ ਬਿਲਕੁਲ ਠੀਕ ਹੈ ਵੀ ITA ਅਸੀਂ ਹੁਣ ਜਾਰੀ ਕਰ ਰਹੇ ਹਾਂ, ਇਹ ਸਾਰਾ ਕੁਝ ਹੋ ਰਿਹਾ, ਲੇਕਿਨ ਆਉਣ ਵਾਲਾ ਜਿਹੜਾ ਸਮਾਂ ਹੈ ਨਾ, ਜਿਹੜਾ ਇੰਨਾ ਕੁ ਘਾਪਾ ਹੈ ਬੇਸਿਕਲੀ, ਇਹ ਅਸੀਂ ਪੂਰਾ ਕਰ ਦੇਣਾ ਅੱਗੇ ਜਾ ਕੇ। ਹੁਣ ਬਹੁਤ ਜ਼ਿਆਦਾ ਹੋਰ ਐਪਲੀਕੇਸ਼ਨਸ ਅਸੀਂ ਲੈਣੀਆਂ ਵੀ ਨੇ, ਬਹੁਤ ਜ਼ਿਆਦਾ ਜਿਹੜੇ ਲੋਕ ਹੁਣ ਕੈਨੇਡਾ ਆਉਣ 'ਚ ਇੰਟਰਸਟ
ਇੰਟਰਸਟਿਡ ਨੇ, ਬਸ ਵੇਟ ਕਰੋ ਕਿ ਸਾਰੀਆਂ ਰਿਸਟ੍ਰਿਕਸ਼ਨਸ ਈਜ਼ ਹੋ ਜਾਣ। ਉਸ ਤੋਂ ਬਾਅਦ ਇਹ ITA ਦੀਆਂ ਜਿਹੜੀਆਂ ਜਿੰਨੀਆਂ ਵੀ ਤੁਸੀਂ ਵੱਧ ਤੋਂ ਵੱਧ ਲੈ ਸਕਦੇ ਹੋ, ਐਕਸਪ੍ਰੈਸ ਐਂਟਰੀ ਵੱਧ ਤੋਂ ਵੱਧ ਹੋਏਗੀ, ਬਹੁਤ ਸਾਰੇ PR ਜਿਹੜੇ ਨੇ ਉਹ ਵੱਧ ਤੋਂ ਵੱਧ ਹੋਣਗੇ ਇਸ ਸਾਲ। ਇਟਸ ਗੋਇੰ ਟੂ ਬੀ ਅ ਗ੍ਰੇਟ ਨਿਊਜ਼। That's good. ਬਿਲਕੁਲ, That's good. So hopefully ਜਦੋਂ ਬਾਕੀ restrictions ease ਹੋਣ ਲੱਗ ਪਏ ਨਾਲ ਹੀ ਫਿਰ ਜਿਹੜੇ immigration ਦਾ ਕੰਮ ਫਿਰ ਸਾਰੀ ਹੋਗਾ। ਫਿਰ ਉਸ ਤੋਂ ਬਾਅਦ ਜਹਾਜ਼ ਭਰ ਕੇ ਆਪਾਂ ਇੰਡੀਆ ਤੋਂ ਤੇ ਬਾਕੀ ਸਾਰੀ ਜਗ੍ਹਾ ਤੋਂ ਕੈਨੇਡਾ ਲੈ ਕੇ ਆਉਣਾ। great news। ਅਮ੍ਰਿਤ, ਸ਼ੋਅ ਦੇ ਸ਼ੁਰੂਆਤ 'ਚ ਮੈਂ ਜ਼ਿਕਰ ਕੀਤਾ ਸੀਗਾ ਵੈਕਸੀਨ ਦਾ। ਆਪਾਂ ਨੂੰ ਪਤਾ ਹੈ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਪ੍ਰੈਡਿਕਟ ਕੀਤਾ ਸੀਗਾ ਕਿ 12 ਤੋਂ 18 ਮਹੀਨੇ ਲੱਗਣੇ ਆ ਇੱਕ ਵੈਕਸੀਨ COVID-19 ਵਾਸਤੇ ਕ੍ਰੀਏਟ ਕਰਨ ਨੂੰ। ਪਰ ਲੱਗਦਾ ਕਿ ਚਾਈਨਾ ਥੋੜੀ ਜਿਹੀ ਤਰੱਕੀ ਕਰ ਗਿਆ ਇਸ ਗੱਲ ਦੇ ਵਿੱਚ। ਵੈਰੀ ਗੁੱਡ। ਸੋ ਜਿਹੜਾ ਫੇਜ਼ 2 ਤੇ ਪਹੁੰਚਣਾ ਕੋਈ ਵੀ ਵੈਕਸੀਨ ਲਈ ਇਟ ਵਾਸ ਇੰਪੋਸੀਬਲ। ਸੋ ਚਾਈਨਾ ਦੇ ਵਿੱਚ ਪਹਿਲੀ ਵਾਰੀ ਫੇਜ਼ 2 ਤੱਕ ਇਹ ਪਹੁੰਚੇ ਆ। ਬੇਸਿਕਲੀ ਇੱਕ ਵੈਕਸੀਨ ਉੱਥੇ ਕ੍ਰੀਏਟ ਕੀਤੀ ਗਈ ਹੈ ਚਾਈਨੀਜ਼ ਰਿਸਰਚ ਟੀਮ ਵੱਲੋਂ ਤੇ ਉਹਦੇ ਵਿੱਚ ਹਿਊਮਨ ਟ੍ਰਾਇਲਸ ਸ਼ੁਰੂ ਹੋ ਗਿਆ। ਸੋ ਨੈਸ਼ਨਲ ਰਿਸਰਚ ਕਾਉਂਸਲ ਆਫ ਕੈਨੇਡਾ ਨੇ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਕਿ ਜਿਹੜੇ ਇੱਥੇ ਰਿਸਰਚਰ ਆ ਉਹ ਕਹਿੰਦੇ ਇਹ ਵੈਕਸੀਨ ਨੂੰ ਇੱਥੇ ਮੰਗਾਓ। ਸੋ ਕਹਿੰਦੇ ਵੀ ਅਸੀਂ ਵੀ ਇਹ ਵੈਕਸੀਨ ਦਾ ਨਾਮ ਹੈਗਾ AD5NCOV। ਬੀਜਿੰਗ ਦੇ ਵਿੱਚ ਇਹ ਡਿਵੈਲਪ ਕੀਤੀ ਗਈ ਆ ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਅਪਰੂਵਡ ਫॉर ਫੇਜ਼ 1, ਮਤਲਬ ਕਿ ਹਿਊਮਨਸ ਦੇ ਵਿੱਚ ਇਹ ਜਿਹੜੀ ਟ੍ਰਾਇਲ ਸ਼ੁਰੂ ਹੋ ਗਈ ਆ ਬਿਲਕੁਲ ਮਿਡ ਮਾਰਚ ਦੇ ਵਿੱਚ ਤੇ ਜਿਹੜਾ ਇਹਦਾ ਪੇਪਰ ਵਰਕ ਆ ਉਹ ਅਪਰੂਵ ਹੋ ਗਿਆ ਕੈਨੇਡਾ ਵਾਸਤੇ। ਵੈਰੀ ਗੁੱਡ। ਸੋ ਇਹ ਵੀ ਬਹੁਤ ਵੱਡੀ ਚੀਜ਼ ਹੈ। ਇਟਸ ਹਿਊਜ। ਹੈਲਥ ਕੈਨੇਡਾ ਆਬਵੀਅਸਲੀ ਉਹਨਾਂ ਨੂੰ ਇਹ ਟ੍ਰਾਇਲ ਜਿਹੜਾ ਅਪਰੂਵ ਕਰਨਾ ਪੈਣਾ ਆ ਤੇ ਬਟ ਇਟਸ ਗੋਇੰ ਟੂ ਬੀ ਦ ਫਰਸਟ ਵਨ ਟੂ ਮੇਕ ਇਟ ਫੇਜ਼ 2। ਸੋ ਮਤਲਬ ਕਿ ਇਹਦੇ ਵਿੱਚ ਕੋਈ ਸੇਫਟੀ ਇਸ਼ੂਜ਼ ਨਹੀਂ ਗਏ ਇਸ ਵੇਲੇ ਇਵੈਲੂਏਸ਼ਨ ਸਟੇਜਸ ਦੇ ਵਿੱਚ ਆ ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਕਹਿੰਦੇ ਆ ਵੀ ਕਾਫੀ ਜਿਹੜੇ ਇਹਨਾਂ ਨੂੰ ਫੰਡਸ ਮਿਲੇ ਹੈਗੇ ਆ 7.4 ਬਿਲੀਅਨ ਯੂਰੋਜ਼ ਜੋ ਕਿ ਇਹਨਾਂ ਨੂੰ 40 ਕੰਟਰੀਆਂ ਦੇ ਵਿੱਚ ਉਹਨਾਂ ਦੇ ਲੀਡਰਸ ਵੱਲੋਂ ਡੋਨੇਟ ਕੀਤੇ ਗਏ ਆ, ਆਰਗੇਨਾਈਜੇਸ਼ਨਸ ਵੱਲੋਂ ਡੋਨੇਟ ਕੀਤੇ ਗਏ ਆ, ਬੈਂਕਸ ਵੱਲੋਂ ਡੋਨੇਟ ਕੀਤੇ ਗਏ ਆ ਵੀ ਆ ਚੱਕੋ ਪੈਸਾ, ਇਹਦੀ ਰਿਸਰਚ ਕਰੋ, ਟ੍ਰੀਟਮੈਂਟ ਕਰੋ ਤੇ ਇਹਨੂੰ ਪਲੀਜ਼ ਅਪਲਾਈ ਕਰੋ ਕਿਤੇ ਨਾ ਕਿਤੇ। ਸੁਖੀ ਅੱਜ ਸਾਰੀ ਦੀ ਸਾਰੀ ਦੁਨੀਆ ਜੇ ਕਿਸੇ ਇੱਕ ਪਾਸੇ ਲੱਗੀ ਹੋਈ ਹੈ ਨਾ, ਕਿਸੇ ਨੂੰ ਹੋਰ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਜਦੋਂ ਜਾਨਾਂ ਨਜ਼ਰ ਆਉਂਦੀਆਂ ਨੇ। ਹਰ ਇੱਕ ਕੰਟਰੀ ਜਿਹੜੀ ਆ ਉਹ ਪੈਸਾ ਚੱਕੀ ਫਿਰਦੀ ਹੈ। ਜਿੱਥੇ ਜਿੱਥੇ ਵੀ ਰਿਸਰਚ ਹੋ ਰਹੀ ਹੈ ਉੱਥੇ ਪੈਸੇ ਦੀ ਕਮੀ ਨਹੀਂ ਹੈ। ਅੱਜ ਸਿਰਫ ਇਸ ਗੱਲ ਤੇ ਸਾਰੀ ਦੀ ਸਾਰੀ ਦੁਨੀਆ ਖੜੀ ਹੈ ਵੀ ਕਦੋਂ ਵੈਕਸੀਨ ਤਿਆਰ ਹੋਵੇ ਜਾਂ ਕਦੋਂ ਦਵਾਈ ਤਿਆਰ ਹੋਵੇ। ਬਿਲਕੁਲ ਸੋ ਵਿਚ ਇਜ਼ ਵੈਰੀ ਗੁੱਡ ਨਿਊਜ਼। ਇਟ ਇਜ਼ ਵੈਰੀ ਗੁੱਡ ਨਿਊਜ਼। ਕਿ ਆਪਾਂ ਨੂੰ ਪਤਾ ਹੈ ਜੇ ਕੋਵਿਡ ਤੋਂ ਜਿਹੜੇ ਰਿਕਵਰ ਹੁੰਦੇ ਆ ਉਹਨਾਂ ਨੂੰ ਫਿਰ ਵੀ ਪ੍ਰੋਬਲਮਸ ਪੈਣੀਆਂ ਐਂਡ ਦੇ ਵਿੱਚ ਜਿਹੜੀ ਲੌਂਗ ਟਰਮ ਉਹਨਾਂ ਦੀ ਕੋਈ ਵੀ ਆਰਗਨ ਡੈਮੇਜ ਆ ਹਜੇ ਆਪਾਂ ਨੂੰ ਇਹ ਨਹੀਂ ਪਤਾ ਵੀ ਉਹਦੇ ਲੌਂਗ ਟਰਮ ਇਫੈਕਟਸ ਕੀ ਹੋਣੇ ਆ। ਸੋ ਡੈਫੀਨਿਟਲੀ ਐਕਸੈਲਰੇਟ ਕਰ ਰਹੇ ਆ। ਸੋ ਦਿਸ ਇਜ਼ ਬੈਟਰ ਕਿ ਜਿਹੜਾ ਉਹ ਕਹਿੰਦੇ ਸੀ ਸਾਲ 1.5 ਸਾਲ ਲੱਗਣਾ ਆ, ਹੋ ਸਕਦਾ ਉਸ ਤੋਂ ਪਹਿਲਾਂ ਵੈਕਸੀਨ ਆ ਜਾਵੇ ਪਰ ਕੈਨੇਡਾ ਉਹ ਵੈਕਸੀਨ ਪਹੁੰਚ ਰਹੀ ਹੈ ਛੇਤੀ ਤੋਂ ਛੇਤੀ। ਬਿਲਕੁਲ ਸਹੀ ਹੈ। ਬਿਲਕੁਲ ਵੈਰੀ ਗੁੱਡ। ਯਾ ਡੈਫੀਨਿਟਲੀ ਵੀਵ ਗਾਟ ਦੈਟ। that's perfect। ਸੋ ਜਿੱਥੇ ਗੁੱਡ ਨਿਊਜ਼ ਹੁੰਦੀ ਹੈ ਥੋੜੀ ਉੱਥੇ ਕਿਤੇ ਨਾ ਕਿਤੇ ਬੈਡ ਨਿਊਜ਼ ਵੀ ਹੁੰਦੀ ਹੈ। ਅੰਮ੍ਰਿਤ, ਅਸੀਂ ਥੋੜਾ ਜਿਹਾ ਲੋਕਲ ਇੱਥੇ BC ਵੱਲ ਚੱਲਦੇ ਹਾਂ। ਚਿਲੋਵਾਕ ਤੁਸੀਂ ਜਾਣਦੇ ਆ, ਬਹੁਤ ਵਧੀਆ ਇੱਕ ਟੂਰਿਸਟ ਲੋਕੇਸ਼ਨ ਹੈ। ਸਮਰ ਦੇ ਵਿੱਚ ਸਾਡੇ ਜਿਹੜੇ ਬੱਚੇ ਆ ਬਿਊਟੀਫੁਲ ਏਰੀਆ, ਉੱਥੇ ਇੱਕ ਰਿਵਰ ਹੈ ਵੈਡਰ ਰਿਵਰ ਜੋ ਕਿ ਵੈਰੀ ਪਪੂਲਰ ਸਾਈਟ ਫॉर ਚਿਲਡਰਨ। ਤੇ ਉੱਥੇ ਅਨਫੋਰਚੂਨੇਟਲੀ ਕੱਲ ਇੱਕ 22 ਸਾਲ ਨੌਜਵਾਨ ਦੀ ਜੋ ਲਾਸ਼ ਹੈ ਉੱਥੋਂ ਮਿਲੀ ਆ। ਕਹਿ ਰਹੇ ਸੀ ਵੀ ਉਹ ਇੰਡੀਆ ਤੋਂ ਆਇਆ ਐਂਡ ਮੰਡੇ ਸ਼ਾਮੀ ਉਹ ਆਪਣੇ ਫਰੈਂਡਸ ਦੇ ਨਾਲ ਰਿਵਰ ਦੇ ਵਿੱਚ ਸਵਿਮ ਕਰਦੇ ਸੀਗੇ ਐਂਡ ਫਿਰ ਕਾਫੀ ਉਹ ਡੋਬਰੇ ਆਪਣੇ ਫਰੈਂਡਸ ਨੂੰ ਦੱਸੇ। ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਉਹਨਾਂ ਨੂੰ ਬਾਹਰ ਕੱਢੀਏ ਐਂਡ ਅਨਫੋਰਚੂਨੇਟਲੀ ਦੇ ਵਰ ਅਨਸਕਸੈਸਫੁਲ। ਸੋ ਚਿਲੋਵਾਕ ਜਿਹੜੀ ਰੈਸਕਿਊ ਐਂਡ ਸਰਚ ਟੀਮ ਆ ਉੱਥੇ ਪਹੁੰਚੇ, ਕਾਫੀ ਘੰਟੇ ਉਹਨਾਂ ਨੇ ਲਾਏ ਇਸ ਨੌਜਵਾਨ ਨੂੰ to find him and unfortunately ਜਦੋਂ ਹਨੇਰਾ ਹੋ ਗਿਆ they had to stop and ਕੱਲ ਸਵੇਰੇ ਉਹਨਾਂ ਦੀ ਬਾਡੀ ਲੱਭੀ ਅੱਗੇ ਜਾ ਕੇ। ਸੋ ਅਸੀਂ ਤੁਹਾਨੂੰ ਯਾਦ ਹੋਗਾ ਕਿ ਲਾਸਟ ਸਮਰ ਇੱਕ ਹੋਰ ਨੌਜਵਾਨ ਜੋ ਇੰਡੀਆ ਤੋਂ ਆਇਆ ਸੀਗਾ, ਸਟੂਡੈਂਟ ਸੀਗਾ, ਉਹਦੀ ਵੀ ਲਾਸ਼ ਲੱਭੀ। ਸੋ ਵੱਡੀ ਚੀਜ਼ ਇਹ ਹੈ ਕਿ ਵੈਦਰ ਬਹੁਤ ਵਧੀਆ ਹੋ ਰਿਹਾ। people love swimming but if you don't know how to swim ਤੇ ਤੁਹਾਨੂੰ ਇਹ ਨਹੀਂ ਪਤਾ ਟਾਈਡ ਕਿੱਧਰ ਨੂੰ ਜਾ ਰਹੀ ਹੈ, ਕਰੰਟਸ ਕਿੱਧਰ ਨੂੰ ਜਾ ਰਹੇ ਆ, ਪਲੀਜ਼ ਸ਼ੋਰ ਦੇ ਕੋਲ ਰਹੋ ਬਿਕਾਜ਼ ਇਹੋ ਜਿਹੇ ਜਿਹੜੇ ਹਾਦਸੇ ਹੁੰਦੇ ਆ ਬਹੁਤ ਕਈ ਵਾਰੀ ਨਾ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਹੁੰਦਾ ਇਹੋ ਜਿਹੀਆਂ ਥਾਵਾਂ ਦੇ ਉੱਪਰ। ਜੇ ਥੋੜੀ ਬਹੁਤ ਸਵਿਮਿੰਗ ਆਉਂਦੀ ਹੋਵੇ ਤਾਂ ਵੀ ਕੋਈ ਇੰਨਾ ਜ਼ਿਆਦਾ ਫਰਕ ਨਹੀਂ ਪੈਂਦਾ। ਸੋ ਕੇਅਰਫੁਲ ਤਾਂ ਹੋਣਾ ਹੀ ਚਾਹੀਦਾ। ਸੋ definitely our thoughts go out to him, his family and his friends। ਬਿਲਕੁਲ। ਸੋ ਆਪਾਂ ਗੱਲ ਕਰ ਰਹੇ ਹਾਂ ਕਿ ਪਿਛਲੇ ਜਿਹੜੇ 8 ਹਫ਼ਤੇ ਹੋ ਗਏ ਫੇਜ਼ 1 ਜਿਹਦੇ ਵਿੱਚ ਰੈਸਟੋਰੈਂਟਸ ਤੇ ਡਾਈਨ-ਇਨਸ ਕਾਫੀ ਬੰਦ ਹੋਏ ਆ। Restaurants have gone to either delivery, pickup,
ਹੈ ਨਾ, ਟੇਕ ਆਊਟ ਆਰਡਰਸ ਤੇ ਬਾਕੀ ਜਿਹੜੇ ਮੋਬਾਈਲ ਐਪਸ ਆ। ਆਪਾਂ ਗੱਲ ਕੀਤੀ ਸੀ ਸਟਾਰਬਕਸ ਲਵਰਸ ਵਾਸਤੇ ਬਹੁਤ ਵਧੀਆ ਨਿਊਜ਼ ਆ। ਹੁਣ ਟਿਮ ਹੋਰਟਨਸ ਲਵਰਸ, ਕਿਉਂਕਿ ਟਿਮ ਹੋਰਟਨਸ ਤੁਹਾਨੂੰ ਪਤਾ ਕੈਨੇਡਾ ਦੀ ਫੇਵਰਟ ਕਾਫੀ ਆ, ਉਹਨਾਂ ਨੇ ਵੀ ਕਹਿ ਦਿੱਤਾ ਕਿ ਅਸੀਂ ਸ਼ਾਇਦ ਜਿਹੜੇ ਸਾਡੀ ਡਾਈਨ ਇਨ ਜਿਹੜੇ ਆ ਉਹ ਜਿਹੜੀ ਸਹੂਲਤਾਂ ਉਹ ਖੋਲ੍ਹ ਦਈਏ ਛੇਤੀ ਤੋਂ ਛੇਤੀ। ਵੈਰੀ ਗੁੱਡ। ਯੈਸ, ਸੋ ਉਹਨਾਂ ਦੀ ਸਿਸਟਰ ਕੰਪਨੀ ਨਾਲ ਬਰਗਰ ਕਿੰਗ ਆ, ਪਰ ਓਬਵੀਅਸਲੀ ਉਹਨਾਂ ਨੇ ਜਿਹੜੇ ਗਾਈਡਲਾਈਨਸ ਆ ਉਹ ਫੋਲੋ ਕਰਨੇ ਪੈਣੇ ਆ। ਸੋ ਕਾਫੀ ਉਹਦੇ ਪਿੱਛੇ ਜਿਹੜਾ ਕੰਮ ਹੋ ਰਿਹਾ ਆ। ਵੈਰੀ ਗੁੱਡ। ਐਂਡ ਅੰਮ੍ਰਿਤ ਇੱਕ ਗੱਲ ਆ ਕਿ ਜਿਹੜੇ ਇਹ ਸਟੋਰਸ ਆ, ਕੋਈ ਵੀ ਰੈਸਟੋਰੈਂਟਸ ਆ, ਜਿਹੜੇ ਇਹ ਪਾਲਿਸੀਜ਼ ਜਿਹੜੇ ਗਾਈਡਲਾਈਨਸ ਆ ਇਹ ਲੱਗਦਾ ਪੱਕੇ ਤੌਰ ਤੇ ਰਹਿਣਗੇ। ਸੋ ਜਿਹੜੇ ਮਾਸਕਸ ਆ ਉਹ ਕਹਿ ਰਹੇ ਵੀ ਸ਼ਾਇਦ ਅਸੀਂ ਇਹ ਪੱਕੇ ਰੱਖੀਏ, ਇਟਸ ਗੋਇੰ ਟੂ ਬੀ ਪਰਮਾਨੈਂਟ, ਬਿਕਾਜ਼ ਸਾਨੂੰ ਇਹ ਨਹੀਂ ਪਤਾ ਸੈਕੰਡ ਵੇਵ ਕਦੋਂ ਆ ਰਿਹਾ ਹੈ। ਯੂ ਨੋ ਓਬਵੀਅਸਲੀ ਵਿਦ ਦ ਕੋਵਿਡ ਐਂਡ ਜਿਹੜੇ ਅਸੀਂ ਟ੍ਰੈਂਡਸ ਹੋਰ ਬਾਕੀ ਕੰਟਰੀਜ਼ ਵੇਖ ਰਹੇ ਹਾਂ। ਸੋ ਬੇਸਿਕਲੀ ਵਾਟ ਦੇ ਆਰ ਗੋਇੰ ਟੂ ਬੀ ਡੂਇੰਗ ਇਜ਼ ਜਿਹੜੇ ਰੈਸਟੋਰੈਂਟਸ ਆ ਸ਼ੀਲਡਸ ਦਾ ਆਪਣਾ ਪਤਾ ਵੀ ਉਹ ਐਡ ਕੀਤੇ ਗਏ ਆ, ਮੋਸਟ ਪਲੇਸਿਸ ਹੈਵ them already। ਟੇਬਲ ਟਾਪ ਸਾਈਨਸ ਲੱਗੀਆਂ ਜਾਣਗੀਆਂ ਵੀ ਆਹ ਟੇਬਲ ਅਵੇਲੇਬਲ, ਤੁਸੀਂ ਇੱਥੇ ਬਹਿ ਸਕਦੇ, ਤਾਂ ਕਿ ਜਿਹੜੀ ਫਿਜ਼ੀਕਲ ਡਿਸਟੈਂਸਿੰਗ ਆ ਉਹ ਰੱਖ ਸਕਦੇ ਆ। ਬਿਲਕੁਲ। ਚੇਅਰਸ ਐਂਡ ਟੇਬਲਸ ਆਰ ਆਲ ਗੋਇੰ ਟੂ ਬੀ sanitized, sanitizer will be available, right? And basically ਇਹੀ ਆ ਕਿ ਜਿਹੜੀ ਉਹਨਾਂ ਦੇ ਸਟਾਫ ਆ ਉਹ ਚੰਗੀ ਤਰ੍ਹਾਂ rigorously ਉਹਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਆ। ਨਾਲ ਇਹ ਵੀ ਕਿਹਾ ਜਾ ਰਿਹਾ ਵੀ ਜਿੰਨਾ ਮੈਕਸਿਮਮ ਬਾਹਰ ਤੋਂ ਬਾਹਰ ਤੁਸੀਂ ਰੱਖ ਸਕੋ ਨਾ, ਇਨਸਟੈਡ ਆਫ ਕਿ ਬਿਲਡਿੰਗ ਦੇ ਅੰਦਰ, ਜੇ ਬਾਹਰ ਤੁਸੀਂ ਪੈਟੀਓ ਵਗੈਰਾ ਦੇ ਉੱਪਰ ਵੀ ਤੁਸੀਂ ਲਗਾ ਸਕੋ ਚੇਅਰਸ ਐਂਡ ਟੇਬਲ, ਉਹਦੇ ਨਾਲ ਫੈਲਾਅ ਜਿਹੜਾ ਹੈਗਾ ਕਰੋਨਾ ਵਾਇਰਸ ਦੇ ਆ ਕਾਫੀ ਘਟ ਸਕਦਾ। Yes, definitely. So which is great news. Very good and news. We're happy to see that, because I think ਬਹੁਤ ਟਾਈਮ ਹੋ ਗਿਆ ਵੀ ਜਿਹੜੇ ਫੈਮਿਲੀ ਤੇ ਫਰੈਂਡਸ ਇਕੱਠੇ ਹੋ ਕੇ ਕਿਸੇ ਰੈਸਟੋਰੈਂਟ ਦੇ ਵਿੱਚ ਨਹੀਂ ਬੈਠੇ, ਆਪਾਂ ਤਾਂ ਸਿਰਫ ਸੋਸ਼ਲ ਮੀਡੀਆ ਤੇ ਘਰ ਦੀ ਕੁਕਿੰਗ ਵੇਖਦੇ ਆ, ਪਕੌੜੇ ਤੇ ਚਾਹ ਚੱਲਦੇ। ਬਿਲਕੁਲ, ਜਾਂ ਫਿਰ ਉੱਥੇ ਨਵੀਆਂ ਹੋਰ ਖਬਰਾਂ ਮਿਲਦੀਆਂ ਨੇ। ਵੈਲ ਅੱਜ ਆਪਣੇ ਏਜੰਡਾ ਦੇ ਵਿੱਚ ਨਹੀਂ ਹੈਗੇ, ਲੇਕਿਨ ਤੁਸੀਂ ਕਹਿ ਰਹੇ ਹੋ ਵੀ ਬਹੁਤ ਸਾਰੀਆਂ ਚੀਜ਼ਾਂ ਹੁਣ ਸਾਡੇ ਨਾਲ ਚੱਲਣੀਆਂ ਨੇ। ਹੁਣ ਜਿਵੇਂ ਮਾਸਕ ਸਾਡੇ ਨਾਲ ਚੱਲਣੇ ਨੇ, ਸੋ ਕਿ ਮੈਂ 2-3 ਦਿਨਾਂ ਤੋਂ ਕਾਫੀ ਦੇਖ ਰਹੀ ਹਾਂ ਬਹੁਤ ਸਾਰੇ ਜਿਹੜੇ ਵੈਂਡਰਸ ਨੇ ਜਿਹੜੇ ਸੂਟ ਬਣਾਉਂਦੇ ਨੇ ਉਹ ਨਾਲ ਦੇ ਮਾਸਕ ਬਣਾ ਰਹੇ ਨੇ। ਅੱਛਾ, ਹਾਂ, ਵਾਓ, ਅੱਛਾ। ਸੋ ਪੰਜਾਬੀ ਸਟਾਈਲ ਜਿਹੜੇ ਸੂਟਾਂ ਦੀ ਕਢਾਈ ਸੂਟਾਂ ਦੇ ਉੱਪਰ ਹੁੰਦੀ ਹੈ ਉਹ ਮਾਸਕ ਦੇ ਸਾਈਡਾਂ ਤੇ ਵੀ ਹੋਣ ਲੱਗ ਗਈ। ਓ ਵਾਓ। ਸੋ ਅੱਗੇ ਤੋਂ ਹੁਣ ਮੈਨੂੰ ਲੱਗਦਾ ਹੈਗਾ ਕਿ ਇਹ ਵੀ ਸਾਡੇ ਨਾਲ ਹੀ ਚੱਲਣੀ ਹੈ, ਐਕਸੈਸਰੀ ਬਣ ਜਾਣੀ ਹੈ ਇੱਕ ਪੱਕੀ। ਮੈਂ ਐਕਚੁਅਲੀ ਕਾਫੀ ਸੋਸ਼ਲ ਮੀਡੀਆ ਤੇ ਵੀ ਵੇਖਿਆ ਲੂਈ ਵਿਟਾਨ ਵਾਲੇ, ਗੁੱਚੀ ਵਾਲੇ ਜਿਹੜੇ ਉਹ ਬਣਾ ਰਹੇ ਆ। ਯੂ ਨੋ ਆਈ ਡੋਨਟ ਨੋ ਇਫ ਦੇ ਆਰ ਰੀਅਲ অর ਨਾਟ authentic, but you know definitely a trendy ਜਿਹੜੇ ਮਾਸਕਸ ਆ ਉਹ ਬਣ ਰਹੇ ਆ। ਬਿਲਕੁਲ ਸਹੀ ਹੈ। ਐਂਡ ਉਹਦੇ ਨਾਲ ਕੀ ਹੋਣਾ ਕਿ ਆਪਣਾ ਮੇਕਅਪ ਦਾ ਖਰਚਾ ਘਟ ਜਾਣਾ, ਲਿਪਸਟਿਕ ਲਾਉਣ ਦੀ ਕੋਈ ਲੋੜ ਨਹੀਂ, ਫੇਸ ਕਵਰ ਹੋ ਜਾਣਾ। ਬਹੁਤ ਵਧੀਆ ਗੱਲ ਹੈ। ਕਿਸੇ ਨੇ ਕੱਲ ਮੈਂ ਇੱਕ ਸਟੇਟਸ ਪੜਿਆ ਵੀ ਮੈਂ ਕਦੀ ਇਹ ਨਹੀਂ ਸੋਚਿਆ ਸੀ ਵੀ ਮੈਂ ਬੈਂਕ 'ਚ ਜਾਊਂਗੀ ਤੇ ਮੈਂ ਕਹੂੰਗੀ ਮੈਨੂੰ ਪੈਸੇ ਦਿਓ, ਉਹ ਵੀ ਮਾਸਕ ਲਾ ਕੇ। ਸੋ ਯੂ ਨੋ ਉੱਥੇ ਤਾਂ ਫਾਇਦੇ ਵੀ ਬਹੁਤ, ਟੋਪੀ ਵੀ ਲਾ ਕੇ ਅੰਦਰ ਆਓ। ਐਗਜ਼ੈਕਟਲੀ। ਅੰਮ੍ਰਿਤ, ਆਪਾਂ ਹੁਣ ਥੋੜੇ ਜਿਹੇ ਕੋਵਿਡ ਦੇ ਨਿਊਜ਼ ਵੱਲ ਆ ਜਾਂਦੇ ਆ। ਡਗ ਫੋਰਡ ਨੇ ਥੋੜੇ ਜਿਹਾ ਐਲਾਨ ਕੀਤਾ ਆ ਟੋਰਾਂਟੋ ਦੇ ਵਿੱਚ, ਓਨਟਾਰੀਓ ਦੇ ਵਿੱਚ। ਉਹਦੇ ਬਾਰੇ ਥੋੜਾ ਜਿਹਾ ਦੱਸਿਓ, ਉਹਨਾਂ ਦੇ ਕੀ ਕਹਿਣੇ ਕੋਵਿਡ ਲੈ ਕੇ। ਸੋ ਕਿ ਸਭ ਤੋਂ ਪਹਿਲਾਂ ਤਾਂ ਇਹ ਸੀਗਾ ਕਿ ਹੁਣ ਆਲਮੋਸਟ ਜਦੋਂ ਹੌਲੀ ਕੇਸਿਸ ਘਟ ਰਹੇ ਸੀ ਨਾ ਸਾਡੀ ਸਾਰੀਆਂ ਦੀਆਂ ਸਾਰੀਆਂ ਪ੍ਰੋਵਿੰਸ ਦੇ ਵਿੱਚ, ਉਦੋਂ ਹਰ ਇੱਕ ਨੂੰ ਇਹ ਸਮਝ ਆਈ ਕਿ ਹੁਣ ਅਸੀਂ ਇਕਨੋਮੀਜ਼ ਖੋਲ ਸਕਦੇ ਹਾਂ। BC ਦੇ ਵਿੱਚ ਕੇਸਿਸ ਜਿਹੜੇ ਨੇ, ਜਿਵੇਂ ਕੱਲ ਸਿਰਫ 7 ਨਵੇਂ ਕੇਸ ਆਏ ਨੇ, ਸੋ ਇੱਕ ਨਵੀਂ ਮੌਤ ਹੋਈ ਹੈ। ਸਾਨੂੰ ਵੀ ਆਏ ਹੈ ਕਿ ਕੇਸਿਸ ਜਿਹੜੀ ਹੈ ਕਰਵ ਨੀਚੇ ਜਾ ਰਹੀ ਹੈ, ਖੋਲ ਦਿਓ। ਸੇਮ ਵੇ ਓਨਟਾਰੀਓ ਨੇ ਦੇਖਿਆ ਪਿਛਲੇ ਕਾਫੀ ਦਿਨਾਂ ਤੋਂ ਕੇਸਿਸ ਕਾਫੀ ਘੱਟ ਨੇ, ਮੌਤਾਂ ਦੀ ਗਿਣਤੀ, ਡੈਥ ਟੋਲ ਕਾਫੀ ਘੱਟ ਹੈ। ਹੁਣ ਜਾ ਕੇ ਓਪਨ ਹੋਣ ਜਾ ਰਿਹਾ ਸੀ, ਲੇਕਿਨ ਜਦੋਂ ਫਿਰ ਤੋਂ ਸਰਜ ਦੇਖੀ ਤਾਂ ਉਸ ਵਕਤ ਹੁਣ ਓਨਟਾਰੀਓ ਨੇ ਸਟੇਟ ਆਫ ਐਮਰਜੈਂਸੀ ਜੂਨ 2 ਤੱਕ ਵਧਾਤੀ। ਸੋ ਹੁਣ ਜੂਨ 2 ਤੱਕ, ਜੇ ਟਿਊਜ਼ਡੇ ਨੂੰ ਅਸੀਂ ਵੇਖਦੇ ਹਾਂ, ਟਿਊਜ਼ਡੇ ਨੂੰ ਮਿਸਟਰ ਡਗ ਫੋਰਡ ਉੱਥੋਂ ਦੇ ਪ੍ਰੀਮੀਅਰ ਸੀ ਜਿਹੜੇ, ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀ ਪ੍ਰਟੀ ਸੂਨ ਗੁੱਡ ਨਿਊਜ਼ ਆ ਰਹੀ ਹੈ। ਮੈਂ ਤੁਹਾਨੂੰ ਇਹ ਦੱਸੂਗਾ ਵੀ ਫੇਜ਼ ਕਿਵੇਂ ਓਪਨ ਹੋਏਗਾ, ਕਿਹੜੇ ਫੇਜ਼ ਦੇ ਵਿੱਚ ਕੀ ਕੁਛ ਹੈ। ਔਰ ਹੁਣ ਉਹਨਾਂ ਨੇ ਕਿਹਾ ਹੈਗਾ, ਉਹ ਕਹਿੰਦੇ ਫੇਜ਼ ਬਾਰੇ ਜਿਹੜੀ ਮੈਂ ਟਿਊਜ਼ਡੇ ਨੂੰ ਗੱਲ ਕੀਤੀ ਸੀ ਫੇਜ਼ 1 ਬਾਰੇ, ਹੁਣ ਕੋਈ ਗੱਲਬਾਤ ਨਹੀਂ ਹੋਏਗੀ ਹਲੇ। ਵੀ ਵਿਲ ਹਿਟ ਦ ਸਟੇਜ 1 ਔਨ ਥਰਸਡੇ, ਇਹ ਗੱਲ ਮੈਂ ਕਹੀ ਸੀ, ਤੇ ਹੁਣ ਅਸੀਂ ਥਰਸਡੇ ਵਾਲੀ ਸਟੇਜ ਦੀ ਕੋਈ ਗੱਲਬਾਤ ਨਹੀਂ ਕਰਾਂਗੇ। ਸੋ ਉਹਨਾਂ ਨੇ ਹੁਣ ਉਹ ਵੀ ਵਧਾ ਦਿੱਤਾ। ਡਾਕਟਰ ਡੇਵਿਡ ਵਿਲੀਅਮ ਜਿਹੜੇ ਟਾਪ ਡਾਕਟਰ ਨੇ ਉੱਥੇ ਓਨਟਾਰੀਓ ਦੇ, ਉਹਨਾਂ ਨੇ ਕਿਹਾ ਹੈਗਾ, ਉਹ ਕਹਿੰਦੇ ਬਾਕੀ ਪਾਸੇ ਦੇਖੋ ਤਾਂ ਸਹੀ, ਸਾਰੇ ਪਾਸੇ ਧਿਆਨ ਦੇ ਨਾਲ ਦੇਖੋ ਵੀ ਹੋ ਕੀ ਰਿਹਾ। ਜਦੋਂ ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਵੇਖਦੇ ਨਹੀਂ, ਇੱਕੋ ਦਮ ਓਪਨ ਕਰ ਦਿਆਂਗੇ ਨਾ, ਉਹਦੇ ਰਿਜ਼ਲਟ ਬਹੁਤੇ ਵਧੀਆ ਨਹੀਂ ਨਿਕਲਣੇ ਹੈਗੇ। ਉਸ ਤੋਂ ਬਾਅਦ ਫਿਰ ਜਿਹੜੀ ਓਨਟਾਰੀਓ ਦੇ ਵਿੱਚ ਹੀ ਜੇ ਅਸੀਂ ਗੱਲ ਕਰਦੇ ਹਾਂ, ਓਨਟਾਰੀਓ ਦੇ ਵਿੱਚ ਇੱਕ ਤਾਂ ਹੈਗੇ ਨੇ ਕਰੋਨਾ ਵਾਇਰਸ ਦੇ ਜਿਹੜੇ ਪੇਸ਼ੈਂਟ ਜਿਹੜੇ ਜਿਨ੍ਹਾਂ ਦੀ ਮੌਤ ਹੋ ਰਹੀ ਹੈ, ਉਸ ਦੇ ਨਾਲ ਓਨਟਾਰੀਓ ਦੇ ਵਿੱਚ ਇੱਕ ਸਿਟੀ ਹੈ ਲੰਡਨ, ਉੱਥੇ ਇੱਕ ਕੈਂਸਿੰਗਟਨ ਵਿਲੇਜ ਓਲਡ ਏਜ ਹੋਮ ਸੈਂਟਰ ਹੈ, ਜਿੱਥੇ ਇੱਕ ਨਰਸ ਜਿਹੜੀ ਸੀ ਉਹ ਵੀ ਕੋਵਿਡ-19 ਨਾਲ ਪੋਜ਼ਿਟਿਵ ਹੋਈ, ਉਹਨਾਂ ਦੀ ਵੀ ਡੈਥ ਹੋ ਗਈ।
ਸੋ ਜਦੋਂ ਸਾਡੇ ਹੈਲਥ ਆਫੀਸ਼ੀਅਲਸ ਜਿਹੜੇ ਨੇ ਉਹ ਟਰਬਲ ਦੇ ਵਿੱਚ ਨੇ, ਸਾਡੀ ਜਨਤਾ ਟਰਬਲ ਦੇ ਵਿੱਚ ਆ, ਉਸ ਟਾਈਮ ਸਰਕਾਰਾਂ ਦੇ ਇਹ ਡਿਸੀਜਨ ਲੈਣੇ ਬਣਦੇ ਨੇ। ਔਰ ਉਹਨਾਂ ਨੇ ਵੱਡਾ ਜਿਹੜਾ ਡਿਸੀਜਨ ਹੋਰ ਲਿਆ ਹੈਗਾ CNA, ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ, ਬਹੁਤ ਮਸ਼ਹੂਰ ਆ ਉੱਥੋਂ। ਯੈਸ, ਬਹੁਤ ਵੱਡਾ ਹੈ, ਕਾਫੀ ਬ੍ਰਿੰਗਸ ਇਨ ਅ ਲੋਟ ਆਫ ਮਨੀ ਫॉर देयर ਇਕਨੋਮੀ ਟੂ। ਬਿਲਕੁਲ। ਸੋ ਉਹਨਾਂ ਨੇ ਕਿਹਾ ਹੈਗਾ ਅਗਸਤ 21 ਤੋਂ ਸਤੰਬਰ 7 ਤੱਕ ਜਿਹੜੀ ਇਹ ਹੋਣ ਜਾ ਰਹੀ ਸੀ, ਇਹ ਟੋਰਾਂਟੋ ਦੇ ਵਿੱਚ ਸੁੱਖੀ ਵਰਲਡ ਵਾਰ ਸੈਕੰਡ ਤੋਂ ਬਾਅਦ, ਸੈਕੰਡ ਵਰਲਡ ਵਾਰ ਤੋਂ ਬਾਅਦ ਪਹਿਲੀ ਵਾਰੀ ਇਹਨੂੰ ਬੰਦ ਕੀਤਾ ਗਿਆ। ਸੋ ਸੈਡ। ਪਰ ਇਹ ਥੋੜੇ ਜਿਹੇ ਕਾਮਨਸ ਆਪ ਨੂੰ ਪਤਾ ਵੀ ਹੈ ਵੀ ਜਿਹੜੇ 50 ਤੋਂ ਵੱਧ ਜਿਹੜੀ ਗੈਦਰਿੰਗਸ ਇੱਥੇ ਵੀ ਕਹਿ ਰਹੇ ਆ ਵੀ ਉੱਥੇ ਤਾਂ ਹੁਣ ਇੰਨੇ ਵੱਡੇ ਗਰੁੱਪਸ ਤਾਂ ਹੁਣ ਗੈਦਰਿੰਗ ਨਹੀਂ ਕਰ ਸਕਦੇ, ਪਰ ਉਮੀਦ ਥੋੜੀ ਜੀ ਸੀਗੀ, ਥੋੜੀ ਜੀ ਆਸ ਸੀਗੀ ਵੀ ਸ਼ਾਇਦ ਓਪਨ ਹੋ ਜਾਏ, ਲੇਕਿਨ ਹੁਣ ਉਹਨਾਂ ਨੇ ਕਿਹਾ ਵੀ ਹੋ ਸਕਦਾ ਹੈ ਵੀ ਇਹ ਬਿਲਕੁਲ ਨਾ ਹੋਵੇ। 1942 ਤੋਂ 1946 ਦੇ ਵਿੱਚ ਇਹ ਜਦੋਂ ਵਰਲਡ ਵਾਰ 2 ਸੀ ਨਾ, ਸੈਕੰਡ ਵਰਲਡ ਵਾਰ ਦੇ ਦੌਰਾਨ ਇਹਨੂੰ ਮਿਲਟਰੀ ਟ੍ਰੇਨਿੰਗ ਦੇ ਵਾਸਤੇ ਰੱਖਿਆ ਗਿਆ ਸੀ ਉਸ ਵਕਤ। ਸਿਰਫ 19 ਸਾਲ ਇਹ ਬੰਦ ਰਹੀ ਹੈ, 42 ਤੋਂ 46 ਤੱਕ, 4 ਸਾਲ। ਉਸ ਤੋਂ ਬਾਅਦ ਅੱਜ ਤੱਕ ਇਹ ਕਦੇ ਵੀ ਕਿਸੇ ਵੀ ਹਾਲਾਤ ਦੇ ਵਿੱਚ ਇਹ ਐਗਜ਼ੀਬਿਸ਼ਨ ਜਿਹੜੀ ਆ ਬੰਦ ਨਹੀਂ ਹੋਈ, ਜਿਹੜੀ ਬੰਦ ਕੀਤੀ ਹੈ। ਹੁਣ ਇਹ ਸਾਰੀਆਂ ਗੱਲਾਂ ਬਿਲਕੁਲ ਠੀਕ ਹੈ ਜੋ ਵੀ ਇਹ ਕਰ ਰਹੇ ਨੇ, ਜੇ ਧਿਆਨ ਨਾਲ ਦੇਖਿਆ ਜਾਵੇ ਨਾ, ਦੇ ਆਰ ਡੂਇੰਗ ਅ ਰਾਈਟ ਡਿਸੀਜਨ, ਦੈਟਸ ਅ ਵੈਰੀ ਰਾਈਟ ਸਟੈਪ 100%। ਤੇ ਜੇ ਅਸੀਂ ਉਸ ਹਿਸਾਬ ਨਾਲ US ਨੂੰ ਵੇਖਦੇ ਹਾਂ, US ਦੇ ਵਿੱਚ ਵੀ ਇਹੀ ਹਾਲਾਤ ਹੈ, ਸਾਰਾ ਦਾ ਸਾਰਾ ਕੁਝ ਉਹਨਾਂ ਨੇ ਓਪਨ ਕਰਤਾ ਹੈਗਾ। ਉਸ ਤੋਂ ਬਾਅਦ ਡਾਕਟਰ ਫਾਸੀ ਜਿਹੜੇ ਹੈਗੇ ਨੇ ਉਹ ਵਾਰੀ-ਵਾਰੀ ਬਲਕਿ ਬੇਨਤੀਆਂ ਕਰ ਰਹੇ ਨੇ, ਪਲੀਜ਼ ਸਾਰਾ ਕੁਝ ਧਿਆਨ ਦੇ ਨਾਲ ਵੇਖੋ। ਬਾਕੀ ਹੋਰ ਬਹੁਤ ਕੰਟਰੀਜ਼ ਨੇ ਜਿਨ੍ਹਾਂ ਨੇ ਓਪਨ ਕੀਤਾ ਸੀ, ਉਹਨਾਂ ਬਾਰੇ ਤੁਹਾਨੂੰ ਵੀ ਪਤਾ ਹੈ ਵੀ ਕੀ ਹੋਇਆ ਸੀ। ਯੈਸ, ਹੁਣ ਤੁਸੀਂ ਕੈਨੇਡਾ ਦਾ ਜ਼ਿਕਰ ਕੀਤਾ, ਆਪ ਨੂੰ ਪਤਾ ਵੀ ਕੁਬੈਕ ਦੇ ਵਿੱਚ ਕਿੰਨੇ ਕੋਵਿਡ ਦੇ ਕੇਸਿਸ ਆ, ਉਹਨਾਂ ਨੇ ਸਕੂਲ ਦੁਬਾਰਾ ਖੋਲ੍ਹੇ ਆ। ਜੇ ਆਪਾਂ ਕੋਰੀਆ ਦੀ ਗੱਲ ਕਰਦੇ ਹਾਂ, ਉਹਨਾਂ ਦੇ ਵੀ ਕੇਸਿਸ ਸੀਗੇ, ਉਹਨਾਂ ਦੇ ਨਾਲ ਦੀ ਨਾਲ ਨਾਈਟ ਕਲੱਬ ਵੀ ਖੋਲ੍ਹ ਦਿੱਤੇ। ਜਰਮਨੀ ਨੇ ਆਪਣੇ ਰਿਸਟ੍ਰਿਕਸ਼ਨਸ ਜਿਹੜੇ ਓਲੀਵੀਏਟ ਕਰਕੇ ਤੇ 3 ਦਿਨਾਂ ਦੇ ਵਿੱਚ ਉਹਨਾਂ ਦੇ ਕੇਸ ਡਬਲ ਹੋ ਗਏ। ਬਿਲਕੁਲ ਸਹੀ ਹੈ। ਇਹ ਸਾਰੀਆਂ ਚੀਜ਼ਾਂ ਧਿਆਨ ਰੱਖਦੇ ਆਪਣੇ BC ਦੇ ਵੀ ਜਿਹੜੇ ਡਾਕਟਰ ਬਾਨੀ ਹੈਨਰੀ ਆ, ਉਹ ਕਹਿੰਦੇ ਵੀ ਅਸੀਂ ਜਰਮਨੀ ਵੱਲ ਵੀ ਵੇਖਦੇ ਹਾਂ, ਨਾਰਥ ਅਮਰੀਕਾ ਵੱਲ ਵੀ ਦੇਖਦੇ ਹਾਂ, ਕੁਬੈਕ, ਸਸਕੈਚੂਅਨ, ਓਨਟਾਰੀਓ ਵੱਲ ਵੀ ਦੇਖਦੇ ਹਾਂ। ਸੁਖੀ ਲੈਬਨਾਨ ਨੇ ਉਸ ਤੋਂ ਬਾਅਦ ਕੀ ਕੀਤਾ, ਉਹ ਕਹਿੰਦੇ ਜੀ ਅਸੀਂ ਸਾਰਾ ਕੁਝ, ਸਾਡੇ ਕੋਲ ਤਾਂ ਕੇਸ ਹੀ ਹੈ ਨਹੀਂ, ਅਸੀਂ ਕੇਸ ਓਪਨ ਕਰਤੇ। ਅੱਜ ਸ਼ਾਮ ਨੂੰ 13 ਤਰੀਕ, ਅੱਜ ਸ਼ਾਮ ਨੂੰ ਟੋਟਲ ਲਾਕਡਾਊਨ ਸ਼ੁਰੂ ਆ ਉੱਥੇ, ਟੋਟਲ ਲਾਕਡਾਊਨ। ਉਹ ਕਹਿੰਦੇ ਅਸੀਂ ਬਿਲਕੁਲ ਨਹੀਂ ਖੋਲਣਾ, 18 ਤੱਕ ਕੋਈ ਵਿਅਕਤੀ ਬਾਹਰ ਨਹੀਂ ਜਾਏਗਾ, ਅੱਜ ਸ਼ਾਮ ਤੱਕ ਉੱਥੇ। ਸੋ ਇਸ ਕਰਕੇ ਸਭ ਤੋਂ ਪਹਿਲਾਂ ਧਿਆਨ ਦੇਣ ਦੀ ਜ਼ਰੂਰਤ ਹੈ ਵੀ ਹੋ ਕੀ ਰਿਹਾ ਸਾਰੀ ਦੁਨੀਆ ਦੇ ਵਿੱਚ, ਉਹ ਟ੍ਰੈਂਡਸ ਕੀ ਆ, ਬਿਕਾਜ਼ ਜਿਹੜਾ ਕਹਿ ਰਿਹਾ ਵੀ ਇਹ ਸੈਕੰਡ ਜਿਹੜਾ ਵੇਵ ਇਹ ਆ ਰਿਹਾ ਆ, ਇਹ ਆਊਗਾ, ਐਂਡ ਉਦੋਂ ਹੀ ਹੋਣਾ ਜਦੋਂ ਆਪਾਂ ਰਿਸਟ੍ਰਿਕਸ਼ਨਸ ਜਿਹੜੀਆਂ ਇਹਨਾਂ ਨੂੰ ਆਪਾਂ ਅਲੀਵੀਏਟ ਕਰਦੇ ਹਾਂ। ਸੋ ਤੁਸੀਂ ਜਾਣਦੇ ਆ ਕਿ BC ਦੇ ਵਿੱਚ ਵੀ ਰੀਸਟਾਰਟ ਪ੍ਰੋਗਰਾਮ ਇੰਟਰੋਡਿਊਸ ਹੋ ਗਿਆ ਆ। ਸੋ ਫੇਜ਼ 2 ਦੇ ਵਿੱਚ ਜਿਹੜੇ ਆਪਣੇ ਹੇਅਰ ਸਲੂਨਸ ਖੋਲ ਰਹੇ ਆ, ਪਬਸ ਖੋਲ ਰਹੇ ਆ, ਰੈਸਟੋਰੈਂਟਸ ਖੋਲ ਰਹੇ ਆ, ਆਬਵੀਅਸਲੀ ਇਲੈਕਟਿਵ ਸਰਜਰੀਜ਼, ਇਹ ਸਾਰਾ ਕੁਝ ਹੋਣ ਜਾ ਰਿਹਾ ਹੈ। ਪਰ ਵੱਡੀ ਕੁਐਸਚਨ ਇਹ ਹੈ ਕਿ ਇਜ਼ ਦਿਸ ਹੈਪਨਿੰਗ ਟੂ ਸੂਨ, ਨਾ ਕਿ ਸਿਰਫ BC ਪਰ ਪੂਰੀ ਦੁਨੀਆ ਦੇ ਵਿੱਚ ਇਹ ਜਿਹੜਾ ਰੀਸਟਾਰਟ ਹੋ ਰਿਹਾ ਆ ਇੰਨੀ ਜਲਦੀ ਹੋ ਰਿਹਾ। ਪਰ ਆਪਾਂ ਨੂੰ ਟ੍ਰੈਂਡ ਇਹ ਦਿਸਦਾ ਆ ਵੀ ਜਿੱਥੇ ਇਹ ਰਿਸਟ੍ਰਿਕਸ਼ਨਸ ਚੁੱਕੀਆਂ ਜਾ ਰਹੀਆਂ, ਉੱਥੇ ਜਿਹੜੇ ਕੇਸਿਸ ਆ ਫਿਰ ਤੋਂ ਦੁਬਾਰਾ ਵੱਧ ਰਹੇ। ਇਹਦੇ ਚ ਕੋਈ ਸ਼ੱਕ ਨਹੀਂ। ਸੋ ਹੁਣ ਉਹਨਾਂ ਦਾ ਕਹਿਣਾ ਕਿ ਜਿਹੜਾ ਸਟੈਡੀ ਜਿਹੜਾ ਖੁੱਲਣਾ, ਇਟਸ ਬੈਟਰ ਦੈਨ ਦ ਰਸ਼, ਬਿਕਾਜ਼ ਉਹੀ ਆ ਕਿ ਲੋਕਾਂ ਦੇ ਮਨਾਂ 'ਚ ਇਹ ਹੋ ਜਾਂਦਾ ਵੀ ਕੇਸਿਸ ਘਟ ਗਿਆ, ਵੀ ਆਰ ਕਿਉਰਡ, ਦੇयर ਇਜ਼ ਨੋ ਕਿਉਰ। there's no cure, there's no vaccine, ਬਿਲਕੁਲ ਕੋਈ ਦਵਾਈ ਨਹੀਂ ਹੈ। ਬਿਲਕੁਲ ਸਹੀ ਹੈ। ਔਰ ਦੂਸਰੀ ਜਿਹੜੀ ਇੱਥੋਂ ਦੀ ਪੁਲਿਸ ਡਿਪਾਰਟਮੈਂਟ ਹੈ ਨਾ, ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਆਪ ਧਿਆਨ ਰੱਖ ਰਹੇ ਨੇ, ਬਹੁਤ ਸਾਰੇ ਲੋਕ ਨੇ। ਉਹ ਕਹਿੰਦੇ ਅਸੀਂ 14,000 ਕੇਸ ਵੇਖੇ ਨੇ, ਅਸੀਂ 14,000 ਵਾਰੀ ਜਾ ਕੇ ਵੇਖਿਆ ਕੀ ਪਬਲਿਕ ਜਿਹੜੀ ਹੈ ਉਹ ਧਿਆਨ ਰੱਖ ਰਹੀ ਹੈ। ਕਹਿੰਦੇ ਸਿਰਫ ਸਾਨੂੰ 300 ਕੇਸ ਉਹਦੇ ਵਿੱਚੋਂ ਲੱਭੇ ਨੇ ਜਿਹੜੇ ਕਿ ਧਿਆਨ ਨਹੀਂ ਸੀ ਰੱਖ ਰਹੇ, which is kind of nothing, 98% ਦੇ ਨੇੜੇ ਹੋ ਗਿਆ ਉਹ ਸਾਰਾ, ਰਾਈਟ। ਉਹ ਕਹਿੰਦੇ ਵੀ ਬਾਕੀ ਸਾਰੀ ਜੇ ਅਸੀਂ BC ਦੀ ਪਬਲਿਕ ਨੂੰ ਵੇਖਦੇ ਆ ਨਾ, ਕਹਿੰਦੇ ਜਿਹੜੇ ਲੋਕ ਵੀ ਪਾਰਕਾਂ 'ਚ ਬੈਠੇ ਨੇ 6-6 ਫੁੱਟ ਦੂਰ ਬੈਠੇ ਨੇ, ਜਿਹੜੇ ਲੋਕ ਵੀ ਗੱਲਾਂ ਬਾਤਾਂ ਕਰ ਰਹੇ ਨੇ 6-6 ਫੁੱਟ ਦੂਰ ਬੈਠ ਕੇ ਗੱਲਾਂ ਬਾਤਾਂ ਕਰ ਰਹੇ ਨੇ। ਕਹਿੰਦੇ ਅਸੀਂ ਕਈਆਂ ਨੂੰ ਜਾ ਕੇ ਕਹਿੰਦੇ ਆ ਵੀ ਤੁਸੀਂ 2 ਜਣੇ ਇਕੱਠੇ ਬੈਠੇ ਹੋ, ਉਹ ਕਹਿੰਦੇ ਜੀ ਅਸੀਂ ਘਰ 'ਚ ਇਕੱਠੇ ਰਹਿੰਦੇ ਆ, ਬਿਸਤਰੇ ਤੇ ਇਕੱਠੇ ਸੌਂਦੇ ਆ, ਇਸ ਕਰਕੇ ਇੱਥੇ ਵੀ ਇਕੱਠੇ ਬੈਠੇ ਆ। ਐਂਡ ਦੈਟ ਮੇਕਸ ਸੈਂਸ, ਰਾਈਟ, ਕਿ ਇੱਕ ਘਰ ਦੇ ਵਿੱਚ ਉਹ ਬੈਠੇ ਆ। ਪਰ ਯਾ ਡੈਫੀਨਿਟਲੀ ਜਿਹੜੇ ਇੱਕ ਹਾਊਸਹੋਲਡ ਦੇ ਨਾ ਹੋਣ, ਉਹ ਤੋਂ ਸੋਸ਼ਲ ਡਿਸਟੈਂਸਿੰਗ ਪ੍ਰੈਕਟਿਸ ਕਰੋ, ਇਹਨੂੰ ਹਜੇ ਵੀ ਨਿਊ ਨਾਰਮਲ ਬਣਾਓ ਜਿੰਨਾ ਚੱਕਰ ਵੈਕਸੀਨ ਨਹੀਂ ਆਉਂਦਾ। ਇੱਕ ਆਰਟੀਕਲ ਅੱਜ ਮੈਂ ਪੜ੍ਹੀ ਆ, ਅਕੋਰਡਿੰਗ ਟੂ Men's XP, ਇੰਡੀਆ ਦੀ ਇੱਕ ਨਿਊਜ਼ ਆ ਕਿ ਜਰਮਨ ਤੋਂ ਇੱਕ 40 ਸਾਲਾਂ ਦਾ ਮੈਨ, ਹਿਸ ਨੇਮ ਇਜ਼ ਐਡਗਰ ਜ਼ੀਬਟ, 54 ਡੇਜ਼ ਹੋ ਗਿਆ ਕਿ ਉਹ ਇੰਡੀਆ ਦੇ ਵਿੱਚ ਦਿੱਲੀ ਦੇ 에ਅਰਪੋਰਟ ਦੇ ਵਿੱਚ ਉੱਥੇ ਰਹਿ ਰਹੇ ਆ। ਸੋ 54 ਡੇਜ਼
에어ਪੋਰਟ ਦੇ ਉੱਪਰ 에어ਪੋਰਟ ਦੇ ਵਿੱਚ ਰਹਿ ਰਹੇ ਆ ਉੱਥੇ ਜਿਹੜੀ ਉਹਨਾਂ ਦੀ ਟਰਮੀਨਲ ਆ ਟ੍ਰਾਂਜ਼ਿਟ ਏਰੀਆ ਦੇ ਵਿੱਚ ਰਹਿ ਰਹੇ ਆ ਹਾਂ ਸੋ ਗੱਲਬਾਤ ਇਹ ਹੈ ਕਿ ਉਹਨਾਂ ਦੀ ਜਿਹੜੀ ਹੈਗੀ ਆ ਇੱਕ ਕ੍ਰਿਮੀਨਲ ਰੈਕੋਰਡ ਆ ਜਰਮਨੀ ਦੇ ਵਿੱਚ ਤੇ ਬਿਕਾਜ਼ ਉਹ ਫੋਰਨ ਲੈਂਡ ਦੇ ਉੱਤੇ ਆ ਜਰਮਨ ਜਿਹੜਾ ਕਹਿੰਦਾ ਸੀ ਇਹਨੂੰ ਕਲੇਮ ਨਹੀਂ ਕਰਨਾ ਕਿਉਂਕਿ ਇੰਟਰਨੈਸ਼ਨਲ ਫਲਾਈਟਸ ਤੇ ਡੋਮੈਸਟਿਕ ਫਲਾਈਟਸ ਸਾਰੀਆਂ ਉੱਥੇ ਬੰਦ ਹੋ ਗਈਆਂ ਬੰਦ ਨੇ ਬਿਲਕੁਲ ਠੀਕ ਸੋ ਉਹਦਾ ਕ੍ਰਿਮੀਨਲ ਰੈਕੋਰਡ ਆ ਤੇ ਕਹਿੰਦੇ ਵੀ ਤੂੰ ਫੋਰਨ ਲੈਂਡ ਤੇ ਆ ਅਸੀਂ ਤੈਨੂੰ ਵਾਪਸ ਨਹੀਂ ਜਰਮਨੀ ਲੈ ਕੇ ਆਉਣਾ that is really sad ਉਧਰੋਂ ਇੰਡੀਆ ਉਹਨੂੰ ਇੰਡੀਆ ਦਾ ਵੀਜ਼ਾ ਨਹੀਂ ਦੇ ਰਿਹਾ ਸੋ 에어ਪੋਰਟ ਤੋਂ ਬਾਹਰ ਨਹੀਂ ਜਾ ਸਕਦਾ ਸੋ ਪੈਸੇ ਦੀ ਉਹਨੂੰ ਕੋਈ ਕਮੀ ਨਹੀਂਗੀ ਉਹ ਉੱਥੇ 에어ਪੋਰਟ ਦੇ ਵਿੱਚ ਬੈਠਾ ਆ ਤੇ ਉਹ ਟ੍ਰਾਂਜ਼ਿਟ ਏਰੀਆ ਦੇ ਵਿੱਚ ਜਿੱਥੇ ਹੋਰ ਕੋਈ ਨਾ ਬੈਠਾ ਹੋਵੇ ਉੱਥੇ ਜਿਹੜੇ ਅਥਾਰਟੀਜ਼ ਆ 에어ਪੋਰਟ ਵਾਲੇ ਉਹਨਾਂ ਨੇ ਆਬਵੀਅਸਲੀ ਉਹਨੂੰ ਥੋੜਾ ਜਿਹਾ ਜਿਹੜੀ ਬੇਸਿਕ ਐਸੈਂਸ਼ੀਅਲਸ ਉਹਨੂੰ ਪ੍ਰੋਵਾਈਡ ਕੀਤੀਆਂ ਹੋਈਆਂ ਖਾਣਾ ਦਾਣਾ ਉੱਥੇ ਦੇ ਦਿੰਦੇ ਆ ਨਿਊਜ਼ਪੇਪਰਸ ਪੜ੍ਹਦਾ ਮੈਗਜ਼ੀਨਸ ਪੜ੍ਹਦਾ ਬੈਂਚ ਦੇ ਉੱਤੇ ਸੌਂਦਾ ਫਲੋਰ ਦੇ ਉੱਤੇ ਸੌਂਦਾ ਆ ਐਂਡ ਹੀ ਸੈਡ ਆਈਵ ਗੋਟ ਟੂ ਫਿਗਰ ਆਊਟ ਮਾਈ ਸਿਚੁਏਸ਼ਨ ਬਿਕਾਜ਼ ਜਿਹੜੇ ਤਾਂ ਆਮ ਲੋਕ ਉੱਥੇ ਫਸੇ ਆ ਉਹਨਾਂ ਕੋਲ ਤਾਂ ਕੋਈ ਹੈਗਾ ਵੀ ਉੱਥੇ ਬਾਹਰ ਨਿਕਲ ਸਕਦੇ ਵੀਜ਼ਾ ਉਹਨਾਂ ਕੋਲ ਇੰਡੀਆ ਦਾ ਹੈਗਾ ਆ ਕੋਈ ਨਾ ਕੋਈ ਉਹਨਾਂ ਕੋਲ ਸਹੂਲਤਾਂ ਹੈਗੀਆਂ ਹੀ ਇਜ਼ ਇਨ ਅ ਸਿਚੁਏਸ਼ਨ ਸੋ ਮਾਰਚ 18 ਦਾ ਉੱਥੇ ਇੰਡੀਆ 에어ਪੋਰਟ ਦੇ ਵਿੱਚ ਰਹਿ ਰਿਹਾ ਸੋ ਇੱਦਾਂ ਦੇ ਵੀ ਕੇਸਿਸ ਆਪਾਂ ਹੁਣ ਦੇਖਦੇ ਹਾਂ ਵੀ ਅਸੀਂ ਸਰਕਾਰਾਂ ਨੂੰ ਬਲੇਮ ਕਰਦੇ ਖਾਸ ਕਰਕੇ ਕੈਨੇਡਾ ਦੇ ਵਿੱਚ ਸਾਨੂੰ ਤੁਸੀਂ ਬਾਹਰ ਨਹੀਂ ਲੈ ਕੇ ਆਉਂਦੇ ਸਾਨੂੰ ਇੰਡੀਆ ਤੋਂ ਵਾਪਸ ਨਹੀਂ ਤੁਸੀਂ ਸੱਦਦੇ ਤੁਸੀਂ ਕੁਝ ਕਰਦੇ ਨਹੀਂਗੇ ਜਰਮਨ ਦੇਖੋ ਉਹਨਾਂ ਦਾ ਖੁਦ ਉੱਥੇ ਦਾ ਸਿਟੀਜ਼ਨ ਉੱਥੇ ਰਹਿ ਰਿਹਾ ਆ ਐਂਡ ਹੀ ਹੈਜ਼ ਗਾਟ ਨੋ ਵੇ ਆਊਟ very sad very sad so that's kind of a news ਮੈਨੂੰ ਨਹੀਂ ਪਤਾ ਸੀ ਵੀ ਉੱਥੇ ਕੋਈ ਇੱਦਾਂ ਰਹਿ ਰਿਹਾ ਤੇ 에어ਪੋਰਟ ਦੇ ਵਿੱਚ he's allowed to extend his stay but that is his new home right now oh my god so ਇਹ ਇੰਡੀਆ ਦੀ ਥੋੜੀ ਜਿਹੀ ਛੋਟੀ ਇੱਕ ਖਬਰ ਆਪਾਂ ਥੋੜਾ ਜਿਹਾ USA ਵੱਲ ਚੱਲੀਏ ਅਮਿਤ USA ਤੁਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਕਾਫੀ ਉੱਥੇ ਖੋਲ ਰਹੀਆਂ ਚੀਜ਼ਾਂ ਇਨਫੈਕਸ਼ਨ ਰੇਟ ਦੱਸੋ ਥੋੜਾ ਜਿਹਾ what's the situation ਉਹ ਲੈ ਕੇ ਤੇ ਇਕਨੋਮੀ ਦਾ ਕੀ ਸਿਚੁਏਸ਼ਨ ਹੈ ਪ੍ਰਾਈਸਿਸ ਲੈ ਕੇ ਸਭ ਤੋਂ ਜ਼ਿਆਦਾ ਵੱਡੀ ਪ੍ਰੋਬਲਮ ਜਿਹੜੀ ਹੈ ਨਾ ਉੱਥੇ US ਦੇ ਵਿੱਚ ਹੁਣ ਉਹਦੇ ਵਿੱਚ ਜਿਹੜੀ ਹੈਗੀ ਹੈ LA ਦੇ ਵਿੱਚ ਉਹਨਾਂ ਨੇ ਅੱਜ ਗੱਲ ਕੀਤੀ ਹੈ ਉਹ ਕਹਿੰਦੇ ਹੋ ਸਕਦਾ ਹੈ LA ਦੇ ਵਿੱਚ ਜਿਹੜਾ ਸਟੇ ਐਟ ਹੋਮ ਆਰਡਰਸ ਨੇ ਉਹ ਹਲੇ 1-2 ਦਿਨ 1-2 ਹਫ਼ਤੇ ਨਹੀਂ 3 ਮਹੀਨੇ ਤੱਕ ਅੱਗੇ ਵਧਾਏ ਜਾ ਸਕਦੇ ਨੇ ਓ ਵਾਓ 3 ਮਹੀਨੇ ਓਕੇ ਹਾਂ ਸੋ ਐਡੀ ਵੱਡੀ ਗੱਲ ਉਹਨਾਂ ਨੇ ਹਲੇ ਇਹ ਨਹੀਂ ਅਸ਼ੋਰਟੀ ਨਹੀਂ ਹੈਗੀ ਬਟ ਹੋ ਸਕਦੇ ਨੇ ਜਿਹੜੇ ਇਕਨੋਮਿਸਟ ਨੇ ਉਹ ਸਾਰੇ ਜਣੇ ਉਹ ਹੁਣ ਇਸ ਪ੍ਰੋਬਲਮ ਦੇ ਵਿੱਚ ਨੇ ਲੋਕ ਘਰਾਂ ਦੇ ਵਿੱਚ ਬੈਠੇ ਨੇ ਲੋਕ ਘਰਾਂ 'ਚ ਬਿਜ਼ਨਸ ਸਾਰੇ ਬੰਦ ਨੇ 1 ਲੱਖ ਤੋਂ ਉੱਪਰ ਬਿਜ਼ਨਸ ਆਲਰੇਡੀ ਮਾਰਚ ਤੋਂ ਹੁਣ ਤੱਕ ਬੰਦ ਹੋ ਚੁੱਕੇ ਆ ਉਹ ਕਹਿੰਦੇ ਉਹਨਾਂ ਨੂੰ ਖੋਲਣਾ ਕਿਵੇਂ ਆ ਬੰਦਿਆਂ ਨੂੰ ਪੈਰਾਂ ਤੇ ਖੜਾ ਕਿਵੇਂ ਕਰਨਾ ਸਾਡੇ ਵਾਸਤੇ ਬਹੁਤ ਵੱਡਾ ਇੱਕ ਚੈਲੰਜ ਬਣਿਆ ਹੋਇਆ ਜੀ ਡੈਫੀਨਿਟਲੀ ਬਾਕੀ ਸਾਰਿਆਂ ਵਾਸਤੇ ਹੈਗਾ ਔਰ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਬਹੁਤ ਵੱਡੀ ਯੂਨੀਵਰਸਿਟੀ ਹੈ ਸੁਖੀ ਉਹਦੇ ਨਾਲ ਤਕਰੀਬਨ 23 ਕੈਂਪਸਸ ਨੇ 4,80,000 ਸਟੂਡੈਂਟ ਉੱਥੇ ਪੜ੍ਹਦੇ ਨੇ ਉਹਨਾਂ ਨੇ ਪਹਿਲੀ ਵਾਰੀ ਅਨਾਉਂਸ ਕੀਤਾ ਉਹ ਕਹਿੰਦੇ ਵੀ ਫਾਲ ਦੇ ਵਿੱਚ ਵੀ ਕੋਈ ਸਾਡਾ ਸਟੂਡੈਂਟ ਯੂਨੀਵਰਸਿਟੀ ਦੇ ਵਿੱਚ in person ਆਏ ਨਹੀਂ ਆਊ that's so hard because ਇੱਕ ਤਾਂ ਆਪ ਨੂੰ ਪਤਾ ਵੀ ਉਹਨਾਂ ਦੇ ਟਿਊਸ਼ਨਸ ਕਿੰਨੇ ਜ਼ਿਆਦਾ ਆ ਉੱਤੋਂ ਦੀ ਜਿਹੜੀ ਆਨਲਾਈਨ ਪੜ੍ਹਾਈ ਕਰਨੀ ਹੈ versus in class with a teacher one-on-one that's very difficult ਬਟ ਸਭ ਤੋਂ ਪਹਿਲਾਂ ਤਾਂ ਜਾਨ ਹੈ ਨਾ ਹੁਣ ਜਾਨ ਤਾਂ ਉਹਨਾਂ ਦੀ ਬਚਾਉਣੀ ਜ਼ਰੂਰੀ ਹੈ ਜੇ ਜਾਨ ਬਚੇਗੀ ਤਾਂ ਅੱਗੇ ਪੜ੍ਹਨਗੇ ਜੇ ਪੜ੍ਹਨਗੇ ਤਾਂ ਆਪਣੀ ਕੰਟਰੀ ਦੀ ਘੱਟੋ ਘੱਟ ਹੈਲਪ ਕਰਨਗੇ ਔਰ ਦੂਸਰੀ ਜਿਹੜੀ ਹੋਰ ਵੱਡੀ ਗੱਲ ਹੈ ਇੱਕ ਤਾਂ ਲੋਕਾਂ ਦੇ ਕੋਲੇ ਜੌਬਸ ਹੈ ਨਹੀਂ ਤਾਂ ਪੈਸਾ ਹੈ ਨਹੀਂ ਮਿਲਿਆ ਕਿ ਉਹਨਾਂ ਨੂੰ ਹਾਲੇ ਤੱਕ ਸਟਿਮੂਲਸ ਪੈਕੇਜ ਦੇ ਵਿੱਚ $1,200 ਹੁਣ $1,200 ਨਾਲ ਹੁਣ ਮਹੀਨੇ ਤਾਂ ਨਹੀਂ ਨਿਕਲਦੇ ਇੱਕ ਮਹੀਨਾ ਮੰਨ ਲਿਆ ਵੀ ਚਲੋ ਅਸੀਂ ਕੱਟ ਕਟਾ ਕੇ ਕੱਢ ਲਿਆ ਹਨਾ ਸਟਿਮੂਲਸ ਸੈਕੰਡ ਪੈਕੇਜ ਦੀ ਗੱਲਬਾਤ ਚੱਲ ਰਹੀ ਹੈ ਲੇਕਿਨ ਹਾਲੇ ਹੋਇਆ ਨਹੀਂ ਹੈਗਾ ਲੇਕਿਨ ਉਹਦੇ ਵਿੱਚ US ਬਿਊਰੋ ਆਫ ਲੇਬਰ ਸਟੈਟਿਸਟਿਕਸ ਉਹਨਾਂ ਨੇ ਗੱਲ ਕੀਤੀ ਹੈ ਉਹ ਕਹਿੰਦੇ ਸਾਡੇ ਇੱਥੇ ਪ੍ਰਾਈਸਿਸ ਬਹੁਤ ਜ਼ਿਆਦਾ ਵੱਧ ਰਹੇ ਨੇ ਉਹ ਕਹਿੰਦੇ 5 ਚੋਂ 1 ਹਾਊਸ ਹੋਲਡ ਹੈ ਜਿਹੜਾ 5 ਘਰਾਂ ਚੋਂ 1 ਘਰ ਜਿਹੜਾ ਹੈਗਾ ਉਹ ਅੱਜ ਫੂਡ ਇਨਸਿਕਿਉਰਿਟੀ ਦੇ ਵਿੱਚ ਹੈ which is a big number ਕਿਉਂਕਿ ਆਪਾਂ ਅੱਗੇ ਵੀ ਗੱਲ ਕਰਦੇ ਸੀਗੇ ਕਿ ਕਾਫੀ ਜਿਹੜੇ ਲੋਕ ਪਹਿਲੀ ਵਾਰੀ ਫੂਡ ਬੈਂਕਸ ਨੂੰ ਵੀ ਗਏ ਆ to collect food ਜਿਹੜੇ ਕਦੀ ਅੱਗੇ ਉਹਨਾਂ ਨੂੰ ਕੋਈ ਇਹ ਪ੍ਰੋਬਲਮ ਨਹੀਂ ਪਈ ਬਿਲਕੁਲ ਸਹੀ ਹੈ ਔਰ ਸੁਖੀ ਉਹਨਾਂ ਨੇ ਕਿਹਾ ਹੈਗਾ ਕਹਿੰਦੇ ਜੇ ਅਸੀਂ US ਕੰਜ਼ਿਊਮਰ ਦੀ ਗੱਲ ਕਰਦੇ ਆ ਨਾ April ਦੇ ਵਿੱਚ ਕੱਲੇ April ਦੇ ਵਿੱਚ 4.3% ਪ੍ਰਾਈਸਿਸ ਵੱਧ ਗਈਆਂ ਨੇ ਕਾਫੀ ਜ਼ਿਆਦਾ ਹੁੰਦਾ ਜੇ ਕਿਤੇ ਜੇ ਤੁਸੀਂ 100 ਦੀ ਗਰੋਸਰੀ ਲੈਣੀ ਹੈ ਤਾਂ $104 ਤੇ 30 ਸੈਂਟ ਦੀ ਆਈ ਫਿਰ ਔਰ ਜ਼ਿਆਦਾ ਹੋ ਗਿਆ ਪੋਲਟਰੀ ਜਿਹੜੇ ਐਗ ਹੈ ਉਹ ਉਹਨਾਂ ਦੀ ਕੀਮਤ ਵੱਧ ਗਈ ਹੈ ਕਿਉਂਕਿ ਮੀਟ ਜਿਹੜੀ ਹੈ ਤੁਹਾਨੂੰ ਪਤਾ ਹੈਗਾ ਮੀਟ ਤੇ ਕਿੰਨੇ ਪਲਾਂਟ ਬੰਦ ਹੋ ਗਏ ਨੇ ਤੇ ਉਸ ਤੋਂ ਬਾਅਦ ਜਿਹੜੇ ਫਰੂਟ ਤੇ ਵੈਜੀਟੇਬਲਸ ਹੈ 2.9% ਉੱਥੇ ਉਹਨਾਂ ਦੇ ਵਿੱਚ ਰੇਜ਼ ਆ ਗਈ ਹੈ ਉਹ ਕਹਿੰਦੇ ਲਾਰਜੈਸਟ 1 ਮੰਥ ਜੰਪ ਹੈ ਫੈਬਰੂਅਰੀ 1974 ਤੋਂ ਬਾਅਦ 1 ਮਹੀਨੇ ਦੇ ਵਿੱਚ 1974 ਦੇ ਵਿੱਚ ਇੱਕੋ ਦਮ ਇੰਨੀਆਂ ਪ੍ਰਾਈਸਿਸ ਅਪ ਹੋਈਆਂ ਸੀਗੀਆਂ 1 ਮਹੀਨੇ 'ਚ ਤੇ ਉਹ ਉਸ ਤੋਂ ਬਾਅਦ ਹੁਣ ਹੋ ਰਹੀਆਂ ਨੇ 2020 ਦੇ ਵਿੱਚ ਪੈਂਡੈਮਿਕ ਦੇ ਕਰਕੇ almost 30 years later
Yeah. 30 ਹੋ ਗਿਆ ਆਲਮੋਸਟ Yeah, ਹਾਂ almost, ਬਿਲकुल yeah, बिल्कुल, नहीं wow. 30 क्यों है 70 ਦੇ ਵਿੱਚ 74 ਹੈ ਤੇ ਫਿਰ ਤਾਂ ਬਹੁਤ ਜ਼ਿਆਦਾ ਸਾਲ ਹੋ ਗਏ Yeah, that's right. ਫਿਰ ਤਾਂ 50 ਸਾਲ ਦੇ ਨੇੜੇ ਹੋ ਗਏ Exactly, 50 years, wow. So, ਬਿਲਕੁਲ you know, ਠੀਕ ਹੈ। all of a sudden ਇਹ ਜਿਹੜੀ prices ਜਿਹੜੀਆਂ jump ਹੋਈਆਂ because ਆਪਾਂ ਤਾਂ ਹੁਣ ਜਦੋਂ ਇੱਥੇ ਵੇਖਦੇ ਹਾਂ, you know, there's definitely an offset. ਇੱਥੇ ਸਰਕਾਰਾਂ ਸਾਨੂੰ ਪੈਸੇ ਵੀ ਦਿੰਦੀਆਂ ਸੀ, gas prices ਵੀ drop ਕੀਤੀਆਂ ਦੇਖੀਆਂ, stores ਦੇ ਵਿੱਚ ਕੋਈ ਇੰਨਾ ਜ਼ਿਆਦਾ ਨਹੀਂ price ਜਿਹੜੀ jump ਹੋਈ ਹੈ because ਸਾਡੇ ਇੱਥੇ local produce ਬਹੁਤ ਹੋ ਰਿਹਾ। US ਦੇ ਵਿੱਚ ਉਹਨਾਂ ਦੀ ਆਪਦੀ economy ਬਹੁਤ ਹੈ ਕਿਤੇ ਜਿੱਥੋਂ ਲੈ ਕੇ ਆਉਂਦੇ ਆ। ਹਾਂ ਮੰਨਿਆ meat prices ਥੱਲੇ ਆ ਗਈਆਂ ਆ or you know because of, you know, ਕੁਝ ਤਾਂ ਛੋਟੇ ਬਿਜ਼ਨੈਸਸ ਵੀ Yes. ਨੇ ਰਾਈਟ ਛੋਟੇ ਬਿਜ਼ਨੈਸਸ ਜਿਨ੍ਹਾਂ ਨੂੰ ਇਹ ਹੁੰਦਾ ਕਿ ਇਹ ਸਮਾਂ ਹੈ ਕਿ ਲੋਕ ਵੀ ਪੈਨਿਕ ਮੋਡ ਦੇ ਵਿੱਚ ਨੇ ਪੈਨਿਕ ਮੋਡ ਦਾ ਮਤਲਬ ਇਹ ਹੁੰਦਾ ਕਿ ਅੱਜ ਹੀ ਸਾਰਾ ਕੁਝ ਖਰੀਦ ਲਓ ਜਿਹੜੀ ਆਪਣੀ ਟਾਇਲਟ ਪੇਪਰ ਦੀ ਸੇਲ ਸੀਗੀ ਉਹ ਇੱਕ ਟਾਈਮ ਦੇ ਉੱਪਰ ਤਕਰੀਬਨ 800% ਵੱਧ ਗਈ ਸੀਗੀ ਰਾਈਟ ਉਸ ਟਾਈਮ ਫਿਰ ਹਰ ਇੱਕ ਨੂੰ ਆਏ ਹੁੰਦਾ ਵੀ ਜੇ ਅੱਜ ਮੈਂ 999 ਦਾ ਵੇਚ ਰਿਹਾ ਮੈਂ 1099 ਤੱਕ ਘੱਟੋ ਘੱਟ ਕਰ ਦਿਆਂ 10% ਤਾਂ ਵਧਾ ਦਿਆਂ ਨਾ ਇੰਨਾ ਕੁ ਤਾਂ ਮੈਨੂੰ ਪ੍ਰੋਫਿਟ ਹੋਵੇ ਉਹ ਸਾਰੀ ਸਿਚੁਏਸ਼ਨ ਨੂੰ ਦੇਖਦੇ ਹੋਏ ਇੱਕ ਤਾਂ ਉਧਰ ਵੈਸੇ ਵੱਧ ਗਈ ਇੱਕ ਸਪਲਾਈ ਚੇਨ ਜਿਹੜੀ ਆ ਉਹਦੇ ਵਿੱਚ ਵੀ ਤਾਂ ਫਰਕ ਪਿਆ ਹੁਣ ਜੇ ਮੈਕਸੀਕੋ ਤੋਂ ਬਹੁਤ ਜ਼ਿਆਦਾ ਫਰੂਟ ਤੇ ਵੈਜੀਟੇਬਲਸ ਜਿਹੜੀਆਂ ਅਮਰੀਕਾ ਦੇ ਵਿੱਚ ਆਉਂਦੀਆਂ ਨੇ ਮੈਕਸੀਕਨ ਲੋਕ ਅੱਜ ਇਸ ਪ੍ਰੋਬਲਮ ਦੇ ਵਿੱਚ ਨੇ ਪੈਂਡੈਮਿਕ ਦੇ ਵਿੱਚ ਨੇ ਖੇਤਾਂ 'ਚ ਕੰਮ ਕੌਣ ਕਰ ਰਿਹਾ ਜੇ ਪ੍ਰੋਡਿਊਸ ਹੋਏਗੀ ਨਹੀਂ ਪ੍ਰੋਡਿਊਸ ਦੀ ਜੇ ਡਿਮਾਂਡ ਜ਼ਿਆਦਾ ਹੈ ਤੇ ਸਪਲਾਈ ਘੱਟ ਹੈ ਜੇ ਸਪਲਾਈ ਘੱਟ ਹੈ ਤਾਂ ਪ੍ਰਾਈਸਸ ਅਪ ਹੋਣਗੇ 100%. Well, thank you so much, Amrit, for the informative news as always. Thank you. So we're looking forward as ਸਾਡੇ guest ਅੱਜ ਸਟੂਡੀਓ ਪਹੁੰਚ ਗਏ ਆ ਸੋ ਤੁਸੀਂ ਕਾਫੀ ਜਿਹੜੇ Netflix ਆਪਾਂ ਪਤਾ ਆਪਣੇ ਕੋਲ ਟਾਈਮ ਬਹੁਤ ਵਿਹਲਾ ਆ ਅੱਜ ਕੱਲ Netflix ਹੀ ਹਰੇਕ ਘਰ ਦੇ ਵਿੱਚ ਚੱਲਦੇ ਆ ਸੋ ਬਹੁਤ ਮਾਣ ਵਾਲੀ ਗੱਲ ਆ ਕਿ ਸਰੀ ਦੀ ਸਭ ਤੋਂ ਯੰਗੈਸਟ ਐਗਜ਼ੀਕਿਊਟਿਵ ਪ੍ਰੋਡਿਊਸਰ ਆ ਕ੍ਰੀਏਟਿਵ ਡਾਇਰੈਕਟਰ ਆ ਜਿਨ੍ਹਾਂ ਨੂੰ Netflix ਨਾਲ ਕੰਮ ਕਰਨ ਦਾ ਮੌਕਾ ਮਿਲਿਆ ਕਾਫੀ ਉਹਨਾਂ ਨੇ ਵੱਡੇ ਜਿਹੜੇ ਇਹ ਆਪਾਂ Netflix ਦੇ ਸੀਰੀਜ਼ ਵੇਖਦੇ ਆ Sabrina, Sacred Games, ਫਿਰ ਮੂਵੀਜ਼ ਦੇ ਵਿੱਚ ਵੀ ਕੰਮ ਕੀਤਾ ਆ ਜਮਾਂਜੀ ਵਰਗੇ ਤੇ ਪੰਜਾਬੀ ਮੂਵੀਜ਼ ਮੰਜੇ ਬਿਸਤਰੇ ਅਰਦਾਸ ਕਰਾਂ ਪੰਜਾਬੀ ਗੀਤ ਸੋ ਮਲਟੀ ਟੈਲੈਂਟਡ ਅੱਜ ਜੋ ਕਿ ਸਾਡੀ ਕੁੜੀ ਇੱਥੇ ਪਹੁੰਚੀ ਹੋਈ ਸਟੂਡੀਓ ਦੇ ਵਿੱਚ ਸ਼ੀ ਇਜ਼ ਓਨਲੀ 22 years old her name is ਅਮਨ ਬਾਸੀ ਸੋ ਉਹ ਸਟੂਡੀਓ ਦੇ ਵਿੱਚ ਹੈ ਸੋ ਅੱਗੇ ਜਾ ਕੇ ਅਸੀਂ ਉਹਨਾਂ ਨਾਲ ਅੱਜ ਗੱਲ ਕਰਨੀ ਹੈ that is perfect ਬਿਲਕੁਲ thank you so much thank you so much Amrit we look forward to another show with you tomorrow ਜੀ ਸ਼ੁਕਰੀਆ ਜੀ thank you so ਇਹ ਸੀ ਸਾਡਾ ਅੱਜ ਦਾ ਪਹਿਲਾ ਸੈਗਮੈਂਟ ਇੱਦਾਂ ਸਾਨੂੰ ਜੁੜੇ ਰਹੋ ਸੀ ਉਹਦੀ ਛੋਟੀ ਜਿਹੀ ਬ੍ਰੇਕ ਤੋਂ ਵਾਪਸ with 22-year-old Amin Abbasi ਜੋ ਕਿ youngest creative director ਹਨ Surrey ਦੇ ਵਿੱਚੋਂ so you don't want to miss the next segment we'll be back after this short little break ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ